वाह प्रगट्यो मर्द अगमड़ा वरियाम अकेला, वाह वाह गोबिंद सिंह आपे गुरचेला। शहीद पिता दे पुत्र, शहीद पुत्रां दे पिता, अमृत दे दाते, कलम दे लिखारी, साहे शहनशाह, धन धन साहब श्री गुरु गोबिंद सिंह महाराज दे 354वें प्रकाश पुरब ते समूह संगतां नूं ਵਧਾਈਆਂ ਦਿੰਦੇ ਹਾਂ। ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਸਿੱਖਿਆਵਾਂ ਹੋਣ ਜਾਂ ਉਹਨਾਂ ਦਾ ਜੀਵਨ ਦਾ ਫਲਸਫਾ ਹੋਵੇ, ਆਦਿਕ ਵਿਸ਼ਿਆਂ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਕੋਲ ਮੌਜੂਦ ਨੇ ਡਾਕਟਰ ਖੁਸ਼ਹਾਲ ਸਿੰਘ ਜੀ। ਡਾਕਟਰ ਖੁਸ਼ਹਾਲ ਸਿੰਘ ਜੀ, ਸਵਾਗਤ ਹੈ ਜੀ। ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਤੁਹਾਨੂੰ ਮੁਬਾਰਕਾਂ ਜੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ। ਜਿਵੇਂ ਕਿ ਰਾਜਨੀਤਿਕ ਹੋਵੇ ਜਾਂ ਸਮਾਜਿਕ ਹੋਵੇ ਜਾਂ ਸੱਭਿਆਚਾਰਕ ਪੱਖ ਹੋਵੇ, ਕੋਈ ਵੀ ਪੱਖ ਹੋਵੇ, ਇੱਕ ਤਰ੍ਹਾਂ ਦਾ ਜਿਹੜਾ ਇਨਕਲਾਬ ਸਿਰਜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿਉਂਕਿ ਜਿਹੜੀਆਂ ਜ਼ਿਆਦਾਤਰ ਤੁਕਾਂ ਜਿਹੜੀਆਂ ਸੀਨਾ ਬਸੀਨਾ ਚੱਲ ਰਹੀਆਂ ਪੀੜ੍ਹੀ ਦਰ ਪੀੜ੍ਹੀ ਸਾਡੇ ਤੱਕ ਪਹੁੰਚੀਆਂ ਨੇ। ਜਿਵੇਂ ਉਹਦੇ ਵਿੱਚ ਭੇੜੋਂ ਕੋ ਮੈਂ ਸ਼ੇਰ ਬਣਾऊँ, राजन के संग रंक लड़ाऊँ, पूप ग्रीवन को कहलाऊँ, चिड़ियों से मैं बाज तड़ाऊँ, 1.25 लाख से एक लड़ाऊँ, तवै गोबिंद सिंह नाम कहाऊँ। ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜਾ ਪੂਪ ਗਰੀਵਨ ਕੋ ਕਹਿਲਾऊँ, ਅਸੀਂ ਇੱਕ ਇਤਿਹਾਸ ਦੇ ਵਿੱਚੋਂ ਕੁਝ ਅੰਸ਼ਾਂ ਜਿਹੜੇ ਉਹ ਸਾਂਝੇ ਕਰਨਾ ਚਾਹਾਂਗਾ ਮੈਂ ਆਪਣੇ ਦਰਸ਼ਕਾਂ ਦੇ ਨਾਲ। ਇੱਕ 52 ਕਵੀ ਆ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ, ਉਹਨਾਂ ਵਿੱਚ ਇੱਕ ਕਵੀ ਹੋਇਆ ਹੰਸ ਰਾਮ ਜੀ। ਕਿਉਂਕਿ ਮੈਂ ਇਹ ਤੋਕਾ ਜਿਹੜੀ ਪੂਪ ਗਰੀਵਨ ਕੋ ਕਹਿਲਾऊँ ਕਿਵੇਂ ਕਿਹਾ ਜਾਂਦਾ ਨਾ, ਜਿਵੇਂ ਡਾਕਟਰ ਜੀ ਗਰੀਬ ਨਿਵਾਜ ਆਖਿਆ ਜਾਂਦਾ, ਕਿਉਂਕਿ ਇਹ ਤਾਂ ਕਿਹਾ ਜਾਂਦਾ ਹੈ ਕਿ ਲੋਕਾਂ ਦਾ ਜਿਹੜਾ ਗਰੀਬ ਲੋਕ ਸੀ ਉਹਨਾਂ ਨੂੰ ਪਾਤਸ਼ਾਹੀਆਂ ਕਿਵੇਂ ਮਹਾਰਾਜ ਨੇ ਬਖਸ਼ੀਆਂ। ਕਵੀ ਹੰਸ ਰਾਮ ਜੀ ਆ ਜਿਹੜੇ ਉਹ ਜਾਂਦੇ ਆ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ। ਆਰਥਿਕ ਤੌਰ 'ਤੇ ਬਹੁਤ ਭਾਵੇਂ ਪਛੜੇ ਹੋਏ ਸਨ। ਜਦੋਂ ਉਹ ਦਰਬਾਰ 'ਚ ਪਹੁੰਚਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਨੂੰ ਪੁੱਛਦੇ ਆ ਤੁਹਾਡਾ ਨਾਮ, ਤਾਂ ਉਹਨਾਂ ਨੇ ਕਿਹਾ ਕਿ ਗਰੀਬਾਂ ਦਾ ਕੀ ਨਾਮ ਹੁੰਦਾ ਪਾਤਸ਼ਾਹ, ਮੈਨੂੰ ਸਾਰੇ ਹੰਸੂ ਹੰਸੂ ਕਹਿੰਦੇ ਨੇ ਪਰ ਮੇਰਾ ਨਾਮ ਹੰਸ ਰਾਮ ਹੈ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਤੁਸੀਂ ਕੀ ਕਲਾ ਤੁਹਾਡੇ ਕੋਲ? ਉਹਨਾਂ ਨੇ ਕਿਹਾ ਕਿ ਮੈਂ ਇੱਕ ਕਵੀ ਹਾਂ, ਸ਼ਬਦਾਂ ਨੂੰ ਜੋੜ ਲੈਂਦਾ, ਕਵਿਤਾ ਲਿਖ ਲੈਂਦਾ। ਗੁਰੂ ਮਹਾਰਾਜ ਨੇ ਕਿਹਾ ਕਿ ਕਵੀ ਹੰਸ ਰਾਮ ਜੀ ਤੁਸੀਂ ਸਾਨੂੰ ਕੁਝ ਕਵਿਤਾਵਾਂ ਸੁਣਾਓ। ਜਦੋਂ ਉਸਨੇ ਆਪਣੇ ਸ਼ਬਦ ਦੇ ਨਾਲ ਜੀ ਸੁਣਿਆ ਤਾਂ ਉਹ ਬਹੁਤ ਹੈਰਾਨ ਵੀ ਹੋਇਆ ਅਤੇ ਖੁਸ਼ ਵੀ ਹੋਇਆ ਕਿ ਪਾਤਸ਼ਾਹ ਕਿਵੇਂ ਗਰੀਬਾਂ ਨੂੰ ਵਡਿਆਈ ਦਿੰਦੇ ਨੇ। ਕਿਹਾ ਜਾਂਦਾ ਇਤਿਹਾਸ ਦੇ ਵਿੱਚ ਲਗਾਤਾਰ 1 ਘੰਟੇ ਤੋਂ ਜ਼ਿਆਦਾ ਸਮਾਂ ਗੁਰੂ ਮਹਾਰਾਜ ਨੇ ਉਹਨਾਂ ਦੀਆਂ ਕਵਿਤਾਵਾਂ ਸੁਣੀਆਂ ਅਤੇ ਖੁਸ਼ ਹੋ ਕੇ ਉਹਨਾਂ ਨੂੰ 18,000 ਰਜਤ ਬਣ ਦਿੱਤਾ, ਜਦੋਂ ਕਿ ਉਸ ਸਮੇਂ ਦੀਆਂ ਜਿਹੜੀਆਂ ਚਾਂਦੀ ਦੀਆਂ ਮੋਹਰਾਂ ਸਨ। ਅਤੇ ਨਾਲ ਹੀ ਜਿਹੜੀ ਗਵਾਲੀਅਰ ਦੀ ਸੰਗਤ ਸੀ ਉਹਦੇ ਜਿਹੜਾ ਹਾਥੀ ਭੇਟ ਦਿੱਤਾ ਸੀ ਉਹ ਵੀ ਉਹਨਾਂ ਨੂੰ ਦਿੱਤਾ। ਅਤੇ ਉਹਨਾਂ ਦਾ ਜਿਹੜਾ ਕਟੌਚ ਦੇ ਸੀ ਉਹ ਨੈਣਾ ਦੇਵੀ ਤੋਂ ਜਿਹੜਾ ਪਰਲੇ ਪਾਸੇ ਪਹਾੜ ਹੈ ਕਹਿਲੂਰ ਦੀ ਰਿਆਸਤ ਤੋਂ ਅੱਗੇ ਕਟੌਚ ਦੀ ਜਿਹੜੀ ਰਿਆਸਤ ਆ, ਜਦੋਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਜਦੋਂ ਭੇਜਿਆ ਉਹਨਾਂ ਨੂੰ ਉਹਨਾਂ ਦੀ ਰਿਆਸਤ ਵੱਲ, ਨਾਲ ਜਿਹੜੇ ਘੋੜਸਵਾਰ ਆਪਣੇ ਭੇਜੇ, ਜਦੋਂ ਇੱਕ ਜਿਹੜਾ ਖਜ਼ਾਨਾ ਉਹ ਭੇਜਿਆ। ਜਦੋਂ ਕਟੌਚ ਦਾ ਜਿਹੜਾ ਰਾਜਾ ਹੈ ਜਦ ਦੇਖਦਾ ਕੋਈ ਇੱਦਾਂ ਲੱਗ ਰਿਹਾ ਸੀ ਕੋਈ ਸ਼ਹਿਨਸ਼ਾਹ ਆ ਰਿਹਾ ਹੈ, ਕਿਰਪਾਲ ਚੰਦ ਕਟੌਚੀ ਜਦੋਂ ਵੇਖਦਾ ਤਾਂ ਉਹ ਪੁੱਛਦਾ ਤੁਸੀਂ ਕੌਣ ਹੋ? ਤਾਂ ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਮੰਗਤਾ ਹਾਂ। ਤਾਂ ਉਹ ਬੜਾ ਹੈਰਾਨ ਹੁੰਦਾ ਕਿ ਜਿਹਦੇ ਦਰ ਦੇ ਮੰਗਤੇ ਅਜਿਹੇ ਹੋਣ ਤਾਂ ਉਹ ਸ਼ਹਿਨਸ਼ਾਹ ਆਪ ਕਿੰਨਾ ਕਾਬਲ ਹੋਊਗਾ। ਡਾਕਟਰ ਸਾਹਿਬ ਕਿਵੇਂ ਵੇਖਦੇ ਹੋ ਗਰੀਬ ਨਿਵਾਜ ਸ਼ਬਦ ਆ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਪ੍ਰਸੰਗ ਵਿੱਚ? ਇਹ ਗਰੀਬ ਨਵਾਜ ਜਿਹੜਾ ਪ੍ਰਸੰਗ ਹੈ ਉਹ ਉਹਨਾਂ ਦੇ ਜੀਵਨ ਦੇ ਕੁਝ ਪੱਖ ਨੇ ਜਿਹੜੇ ਵੇਖੋ। ਗੁਰੂ ਐਡਾ ਵੱਡਾ ਆ, ਇਹ ਗੁਰੂ ਤਾਂ ਤਿੰਨਾਂ ਕਾਲਾਂ ਨੂੰ ਦੇਖਣ ਦੇ ਸਮਰੱਥ ਹੁੰਦਾ ਆ ਜੀ। ਅਤੇ ਇਹ ਜਿਹੜੀਆਂ ਬਰਕਤਾਂ ਨੇ ਇਹ ਉਹਦੇ ਜਿਹੜੇ ਸਾਰੇ ਕਲਾਵੇ ਵਿੱਚ ਲੈਣ ਦੇ ਵਿੱਚ ਕਈ ਵਾਰੀ ਇਹ ਛੋਟੀਆਂ ਰਹਿ ਜਾਂਦੀਆਂ ਹੈਗੀਆਂ ਨੇ। ਗੁਰੂ ਸਾਹਿਬ ਜੀ ਦੀ ਜਿਹੜੀ ਮੇਨ ਗੱਲ ਸੀਗੀ ਕਿ ਉਹਨਾਂ ਨੇ ਇਹ ਸਿਰਫ ਇਹ ਜਿਹੜੀ ਤੁਸੀਂ ਸਾਖੀ ਸੁਣਾਈ ਹੈ ਇਹਦੀ ਸਿਰਫ ਸਾਨੂੰ ਜਿਹੜੀ ਇਹਦੀ ਇੱਕ ਇਤਿਹਾਸਿਕ ਵੈਲਿਊ ਹੈ ਉਹਦੇ ਤੋਂ ਪਾਰ ਜਾ ਕੇ ਸਾਨੂੰ ਇਹਦੀ ਸਿੰਬੋਲਿਕ ਵੈਲਿਊ ਜਿਹੜੀ ਹੈ, ਜਿਹੜੀ ਇਤਿਹਾਸਿਕ ਵੈਲਿਊ ਹੁੰਦੀ ਆ ਉਹ ਸਮੇਂ ਦੇ ਵਿੱਚ ਉਹਦਾ ਮਹੱਤਵ ਹੁੰਦਾ ਆ। ਜਿਹੜੀ ਸਿੰਬੋਲਿਕ ਵੈਲਿਊ ਹੁੰਦੀ ਆ ਉਹ ਕਈ ਸਦੀਆਂ ਤੱਕ ਟਰੈਵਲ ਕਰਦੀ ਆ, ਉਹ ਕਾਲਾਂ ਤੋਂ ਬਾਹਰ ਚਲੀ ਜਾਂਦੀ ਹੈ। ਤੇ ਜਿਹੜੀ ਇਹਦੀ ਪ੍ਰਸੰਗਤਾ ਹੈਗੀ ਆ ਇਸ ਸਾਖੀ ਦੀ, ਉਹ ਮੈਂ ਸਮਝਦਾ ਕਿ ਕਾਲਾਂ ਤੋਂ ਪਾਰ ਦੇਖਣ ਦੀ ਆ, ਉਹਦੀ ਸਮਰੱਥਾ ਇੰਨੀ ਜ਼ਿਆਦਾ ਹੈਗੀ ਆ। ਗੁਰੂ ਸਾਹਿਬ ਜੀ ਨੇ ਐਕਚੁਅਲੀ ਬੰਦਾ ਬਦਲਿਆ। ਜਿਹੜਾ ਇੱਥੇ ਸਮਾਜ ਦੇ ਵਿੱਚ ਜਿਹੜੇ ਬੰਦੇ ਨੂੰ
ਆਪਣੀ ਹੋਂਦ ਕਰਕੇ ਕੋਈ ਉਹਦੀ ਪ੍ਰਸੰਗਤ ਨਹੀਂ ਸੀ, ਮਹੱਤਵਤਾ ਵੈਲਿਊ ਨਹੀਂ ਸੀ। ਉਹ ਕਿਸੇ ਉਹ ਪਰਿਵਾਰ ਤੋਂ ਪੈਦਾ ਹੋਇਆ ਆ, ਕਿੰਨੀ ਉਹਦੇ ਕੋਲ ਸੰਪत्ति ਹੈ, ਕਿਵੇਂ ਦੇ ਉਹਦੇ ਰਾਜ ਘਰਾਣਿਆਂ ਨਾਲ ਸੰਬੰਧ ਨੇ, ਸਮਾਜ ਵਿੱਚ ਕਿਸ ਤਰ੍ਹਾਂ ਸੰਬੰਧ ਨੇ, ਸਾਰੀਆਂ ਚੀਜ਼ਾਂ ਨਾਲ ਤੋਲਿਆ ਤੇ ਮਿਣਿਆ ਜਾਂਦਾ ਸੀਗਾ। ਤੇ ਇਹ ਜਿਹੜੀ ਕਵੀ ਦੀ ਇੱਕ ਹੁੰਦੀ ਹੈ ਨਜ਼ਰ ਹੁੰਦੀ ਹੈ, ਕਵੀ ਦੀ ਜਿਹੜੀ ਇੱਕ ਮਹਾਨਤਾ ਹੁੰਦੀ ਹੈ, ਉਹ ਦੇਖਣ ਦੇ ਵਿੱਚ ਜਿਹੜੀ ਇਹ ਦੁਨਿਆਵੀ ਲੋਕ ਨੇ ਉਹ ਹਮੇਸ਼ਾ ਟਪਲਾ ਖਾ ਜਾਂਦੇ ਆ। ਔਰ ਗੁਰੂ ਕੋਲ ਸਮਰੱਥਾ ਹੁੰਦੀ ਹੈ, ਵੱਡੇ ਜਿਹੜਾ ਪੈਗੰਬਰ ਹੁੰਦੇ ਉਹਦੇ ਕੋਲ ਸਮਰੱਥਾ ਹੁੰਦੀ ਆ ਉਹਦੇ ਗੁਣਾਂ ਨੂੰ ਜਾਚਣ ਦੀ, ਨਾਪਣ ਦੀ। ਤਾਂ ਗੁਰੂ ਸਾਹਿਬ ਜੀ ਨੇ ਉਹ ਹੀਰੇ ਦੀ ਜਿਹੜੀ ਪਛਾਣ ਹੈ, ਉਹ ਜਿਹੜੇ ਆ ਦੇਖੋ 52 ਕਵੀ ਹੈ ਜਿਹੜੇ, ਉਹਨਾਂ ਨੂੰ ਆਪਣੇ ਦਰਬਾਰੀ ਕਵੀ ਗੁਰੂ ਸਾਹਿਬ ਜੀ ਦੇ ਕਿਹਾ ਜਾਂਦਾ ਆ। ਉਸ ਟਾਈਮ ਦੇ ਜਿਹੜੇ ਬਹੁਤ ਵੱਡੇ ਰਾਜੇ ਸੀਗੇ, ਮਹਾਰਾਜੇ ਸੀ, ਜਿਨ੍ਹਾਂ ਦੀ ਬਹੁਤ ਵੱਡੀ ਹੁਕੂਮਤ ਚੱਲਦੀ ਸੀਗੀ, ਉਹਨਾਂ ਕੋਲ ਵੀ ਇਸ ਪੱਧਰ ਦੇ ਕਵੀ ਨਹੀਂ ਸੀ ਹੁੰਦੇ ਜਿਹੜੇ ਇਸ ਪੱਧਰ ਦੇ ਕਵੀ ਗੁਰੂ ਸਾਹਿਬ ਜੀ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ, ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਜਿਨ੍ਹਾਂ ਨੂੰ ਦੀ ਜਿਹੜੀ ਮਹੱਤਤਾ ਸੀਗੀ, ਵਿਲੱਖਣਤਾ ਸੀਗੀ, ਉਹਦੀ ਸ਼ਨਾਖਤ ਕੀਤੀ ਤੇ ਉਹਨਾਂ ਨੂੰ ਉਹਨਾਂ ਦੇ ਫੀਲਡ ਵਿੱਚ ਕੰਮ ਦਿੱਤਾ। ਉਹਨਾਂ ਦੇ ਫੀਲਡ ਵਿੱਚ ਕੰਮ ਦੇ ਕੇ ਜਿਹੜਾ ਹਿੰਦੂ ਮੈਥੋਲੋਜੀ ਦੇ ਗ੍ਰੰਥ ਸੀ, ਕੋਈ ਸਮਾਜਿਕ ਗ੍ਰੰਥ ਸੀ, ਉਹਨਾਂ ਦਾ ਪੰਜਾਬੀ 'ਚ ਵੀ ਟਰਾਂਸਲੇਸ਼ਨ ਕਰਾਇਆ। ਉਹਨਾਂ ਦਿਨਾਂ ਦੇ ਵਿੱਚ ਜਿਹੜੀ ਭਾਸ਼ਾ ਸੀਗੀ ਉਹ ਜਿਹੜੇ ਆਮ ਇਤਿਹਾਸ ਸਾਰਾ ਕੁਝ ਜਿਹੜਾ ਆ ਉਹ ਕਵਿਤਾ ਦੇ ਰੂਪ 'ਚ ਲਿਖਿਆ ਜਾਂਦਾ ਸੀ, ਕਿਉਂਕਿ ਇਹਦੇ ਕਵਿਤਾ ਦੇ ਵਿੱਚ ਸਮਰੱਥਾ ਹੁੰਦੀ ਹੈ ਸਿੰਬਲਾਂ ਰਾਹੀਂ ਬਹੁਤ ਅੱਗੇ ਤੱਕ ਗੱਲ ਕਹਿਣ ਦੀ ਜਿਹੜੀ ਹੈਗੀ ਆ। ਉਹ ਸਾਡੇ ਅੱਜ ਕੱਲ੍ਹ ਜਿਹੜੀ ਸਾਡੀ ਭਾਸ਼ਾ ਆ ਉਹਦੀ ਸਮਰੱਥਾ ਸੀਮਤ ਹੋ ਗਈ ਹੈ, ਤਾਂ ਹੀ ਕਰਕੇ ਸਮਾਜ ਦੇ ਵਿੱਚ ਜਿਹੜੇ ਲੇਖਕ ਨੇ ਜਾਂ ਬੁੱਧੀਜੀਵੀ ਆ ਉਹ ਉਹਨਾਂ ਪ੍ਰਭਾਵ ਨਹੀਂ ਪਾਉਂਦੇ ਜਿੰਨੇ ਪਹਿਲਾਂ ਜਿਹੜੇ ਆ ਲੋਕ ਪਾ ਸਕਦੇ, ਉਹ ਸਮਰੱਥਾ ਹੀ ਜ਼ਿਆਦਾ ਹੁੰਦੀ ਸੀਗੀ। ਸੋ ਜਿਹੜੀ ਉਹਨਾਂ ਦੀ ਗਰੀਬ ਨਵਾਜ਼ ਦੀ ਗੱਲ ਹੈ, ਸਿਰਫ ਇੱਕ ਸਾਹੀ ਤੱਕ ਨਹੀਂ ਹੈਗੀ, ਉਹਨਾਂ ਨੇ ਫੀਲਡ 'ਚ ਕਰਕੇ ਦਿਖਾਇਆ। ਉਹਨਾਂ ਨੇ ਉਹ ਜਿਹੜੇ ਬੰਦੇ ਸੀਗੇ ਜਿਨ੍ਹਾਂ ਦੀ ਕੋਈ ਗੁਲਾਮੀ, ਹਰ ਪੱਧਰ ਦੀ ਗੁਲਾਮੀ ਦਾ ਉਹ ਜੀਵਨ ਹੰਢਾ ਰਹੇ ਸੀ, ਉਹਨਾਂ ਨੂੰ ਉੱਤੇ ਜ਼ਿੰਦਗੀ ਦਾ ਇੱਕ ਨਵਾਂ ਜਿਹੜਾ ਮਨੁੱਖ ਮਿਲਿਆ ਹੈਗਾ ਸੱਭਿਆਚਾਰਕ ਤੌਰ ਤੇ। ਇਹ ਲੋਕਧਾਰਾ ਦੇ ਵਿੱਚ ਇੱਕ ਐਵੇਂ ਦਾ ਮਨੁੱਖ ਸਿਰਜਿਆ ਗਿਆ ਜਿਨ੍ਹਾਂ ਦੇਖੋ ਇਹਦੇ ਵਿੱਚ ਜਿਹੜੀਆਂ ਚਿੜੀਆਂ ਨੇ ਉਹ ਸਿੰਬਲ ਨੇ ਗੁਲਾਮੀ ਦਾ, ਉਹ ਬਹੁਤ ਜਿਹਨਾਂ ਦੀ ਹੀਨ ਭਾਵਨਾ ਦਾ ਸਿੰਬਲ ਨੇ। ਉਹ ਜਿਹੜਾ ਬਾਜ ਤਾਕਤ ਦਾ ਜਿਹੜਾ ਪ੍ਰਤੀਕ ਹੈ, ਉਹ ਬਾਜ ਦੇ ਨਾਲ ਲੜਾਉਣ ਦੀ ਜਿਹੜੀ ਸਮਰੱਥਾ ਹੈਗੀ ਗੁਰੂ ਸਾਹਿਬ ਜੀ ਦੀ, ਉਹ ਸਮਰੱਥਾ ਜਿਹੜੀ ਹੈ ਉਹ ਪੈਦਾ ਕਰ ਦੇਣੀ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਹਿੰਦੇ ਸੀਗੇ ਸਾਡਾ ਕੰਮ ਜਿਹੜਾ ਤੱਕੜੀ ਤੋਂ ਨਾ, ਇਹ ਤੋਂ ਪਹਿਲਾਂ ਸਮਾਜ ਦੇ ਵਿੱਚ ਵੰਡਿਆ ਹੋਇਆ ਵਰਗ ਸੀ। ਕੁਝ ਲੋਕਾਂ ਦਾ ਕੰਮ ਸੀਗਾ ਉਹ ਲੜਦੇ ਸੀ, ਕੁਝ ਦਾ ਕੰਮ ਸੀਗਾ ਉਹ ਸਮਾਜ ਵਾਸਤੇ ਅੰਨ ਪੈਦਾ ਕਰਦੇ ਸੀ, ਕੁਝ ਜਿਹੜੇ ਆ ਉਹ ਸਾਰੇ ਉੱਪਰਲੇ 3 ਵਰਗਾਂ ਦੀ ਗੁਲਾਮੀ ਕਰਦੇ ਸੀ, ਉਹਨਾਂ ਦੇ ਕੰਮ ਕਰਦੇ ਸੀਗੇ। ਸੋ ਇਹ ਜਿਹੜੇ ਇਹਦੇ ਤੋਂ ਲਿਆ ਕੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਰਾਜ ਭਾਗ ਦੇ ਮਾਲਕ ਦਾ ਇੱਕ ਉਹਨਾਂ ਦੇ ਮਨ ਵਿੱਚ ਸੁਪਨਾ ਸਿਰਜਿਆ। ਤੇ ਉਹ ਸੁਪਨੇ ਉਹ ਸਮਾਜ ਦੇ ਜਿਹੜੇ ਗੁਲਾਮੀ ਹੰਢਾ ਰਹੇ ਹੁਣ ਸਦੀਆਂ ਤੋਂ, ਸੈਂਕੜੇ ਸਾਲਾਂ ਤੋਂ ਗੁਲਾਮੀ ਹੰਢਾ ਰਹੇ ਹੁਣ, ਜਿਨ੍ਹਾਂ ਨੇ ਕਦੀ ਸੁਪਨੇ ਵੀ ਨਾ ਲਏ ਹੁਣ, ਉਹਨਾਂ ਦੇ ਵਿੱਚ ਇੱਕ ਸਿਰਜ ਦੇਣਾ, ਇਹ ਸਮਰੱਥਾ ਸਿਰਜ ਦੇਣੀ, ਤੇ ਜਿਨ੍ਹਾਂ ਨੇ ਆਉਣ ਵਾਲੇ ਕੁਝ ਦਹਾਕਿਆਂ 'ਚ ਕਰਕੇ ਦਿਖਾਇਆ। ਉਹ ਗੁਰੂ ਸਾਹਿਬ ਜੀ ਦੇ ਨਾਲ ਜਿਹੜੀ ਲੜਾਈ ਲਾਸਟ ਚੱਲਦੀ ਹੈ, ਉਦੋਂ 10 ਸਾਲਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਜਿਹੜਾ ਆ ਬੰਦਾ ਬਹਾਦਰ ਦੇ ਰਾਹੀਂ ਇੱਕ ਵੱਡਾ ਜਿਹੜਾ ਆ ਰਾਜਨੀਤਿਕ ਇਸ ਤਰ੍ਹਾਂ ਦੀ ਤਬਦੀਲੀ ਲੈ ਆਉਂਦੀ, ਇਨਕਲਾਬ ਆਉਂਦੇ। ਤੇ ਇਨਕਲਾਬ ਵੀ ਕੋਈ ਜਿਹੜੀ ਉਸ ਸਮੇਂ ਦੀ ਟ੍ਰੇਨਡ ਫੌਜ ਹੈ ਜਾਂ ਸੈਨਾ ਉਹਦੇ ਰਾਹੀਂ ਨਹੀਂ ਆਉਂਦਾ, ਇਹ ਆਮ ਲੋਕਾਂ ਰਾਹੀਂ ਆਉਂਦਾ। ਉਹਦੇ ਜਨ ਸਧਾਰਨ, ਕੋਈ ਪੰਜਾਲੀਆਂ ਲੈ ਕੇ ਆ ਰਿਹਾ, ਕੋਈ ਡੰਡੇ ਲੈ ਕੇ ਆ ਰਿਹਾ, ਕੋਈ ਟੱਪੇ ਲੈ ਕੇ ਆ ਰਿਹਾ। ਉਹ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਜਿਹੜਾ ਜੋਸ਼ ਹੈ, ਤੇ ਜੋਸ਼ ਵੀ ਕਿਸੇ ਏਸ਼ੀਆ ਦੇ ਏਡੇ ਵੱਡੇ ਜਰਨੈਲ ਦੇ ਖਿਲਾਫ ਜਿਹਨੇ ਆਪਣੀ ਜ਼ਿੰਦਗੀ 'ਚ ਕਦੀ ਕੋਈ ਲੜਾਈ ਹਾਰੀ ਨਾ ਹੋਵੇ, ਤੇ ਉਹਦੇ ਨਾਲ ਜਿਹੜੀ ਟੱਕਰ ਲੈਣੀ, ਇਹ ਗਰੀਬ ਨਵਾਜ਼ ਗੁਰੂ ਸਾਹਿਬ ਜੀ ਦੀ ਉਹ ਪ੍ਰਤਿਭਾ ਦਾ ਇੱਕ ਹਿੱਸਾ ਸੀਗਾ। ਉਹਦੀ ਕਰਾਮਾਤ ਸੀ, ਮੈਂ ਕਹਾਂਗਾ ਜਿਹੜੀ ਇਹ ਕਰਾਮਾਤ ਸੀ, ਸੋਚਿਆ ਨਹੀਂ ਜਾ ਸਕਦਾ ਇਤਿਹਾਸ ਦੇ ਦੁਨੀਆ ਦੇ ਕਿਸੇ ਹਿੱਸੇ ਵਿੱਚ ਇਸ ਤਰ੍ਹਾਂ ਹੋਇਆ ਨੀਗਾ ਕਿ ਇਹ ਲੋਕ ਜਿਨ੍ਹਾਂ ਨੇ ਕਦੀ ਸੁਪਨਾ ਨਾ ਲਿਆ ਹੋਵੇ ਉਹ ਰਾਜ ਭਾਗ ਦੇ ਔਰ ਏਡੀ ਵੱਡੀ ਹਕੂਮਤ ਨੂੰ ਢਾਹ ਕੇ ਫਿਰ ਬਣ ਜਾਣ। ਇਹ ਬਹੁਤ ਵੱਡੀ ਜਿਹੜੀ ਹੈ ਇੱਕ ਵੱਡਾ ਇਨਕਲਾਬ ਸੀਗਾ ਜਿਹੜਾ ਗੁਰੂ ਸਾਹਿਬ ਜੀ ਨੇ ਲੈ ਕੇ ਆਏ। ਡਾਕਟਰ ਸਾਹਿਬ, ਜਿਹੜੀਆਂ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਉਹ ਸਾਨੂੰ ਜਾਂ ਤਾਂ ਇਤਿਹਾਸਿਕ ਸਰੋਤਾਂ ਤੋਂ ਪ੍ਰਾਪਤ ਹੁੰਦੀਆਂ ਜਾਂ ਗੁਰਬਾਣੀ ਦੇ ਮਾਧਿਅਮ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦੀਆਂ। ਜਿਹੜੀਆਂ ਇਹ ਸਿੱਖਿਆਵਾਂ ਗੁਰੂ ਮਹਾਰਾਜ ਨੇ ਸਾਨੂੰ ਦਿੱਤੀਆਂ, ਅੱਜ ਦਾ ਜਿਹੜਾ ਵਰਤਮਾਨ ਸਮਾਂ ਇਹਦੀ ਪ੍ਰਸੰਗਤਾ ਦੇ ਵਿੱਚ ਕਿਵੇਂ ਵੇਖਦੇ ਹੋ ਗੁਰੂ ਮਹਾਰਾਜ ਦੀਆਂ ਸਿੱਖਿਆਵਾਂ ਨੂੰ? ਦੇਖੋ ਜੀ, ਪਹਿਲਾਂ ਜਿਹੜੀ ਗੱਲ ਹੈ ਕਿ ਜਿਹੜੀ ਵੱਡਾ ਸਾਹਿਤ ਹੈ ਉਹਦੇ 'ਚ ਇਹ ਸਮਰੱਥਾ ਹੁੰਦੀ ਹੈ ਕਿ ਸਮਿਆਂ ਤੋਂ ਪਾਰ ਜਾ ਕੇ ਲੋਕਾਂ ਨੂੰ ਜਿਹੜਾ ਆ ਗਿਆਨ ਦੇਣ ਦੀ। ਕਿਉਂਕਿ ਐਕਚੁਅਲੀ ਗੁਰੂ ਹੈ ਕੀ ਹੈ?
ਗੁਰੂ ਗਿਆਨ ਦਾ ਇੱਕ ਸੋਮਾ ਆ ਵੱਡਾ, ਜਿਹਨੇ ਲੋਕਾਂ ਨੂੰ ਹਨੇਰੇ ਵਿੱਚੋਂ ਗਿਆਨ 'ਚ ਲੈ ਕੇ ਜਾਣਾ ਹੁੰਦਾ ਆ। ਤਾਂ ਗੁਰੂ ਸਾਹਿਬ ਜੀ ਜਿਹੜੀ ਸਿੱਖਿਆ ਹੈਗੀ ਆ ਉਹ ਇੱਕ ਸਮੇਂ ਦੀ ਨਹੀਂ, ਉਹ ਤਾਂ ਇਤਿਹਾਸਿਕ ਪ੍ਰਸੰਗਤਾ 'ਚ ਖਤਮ ਹੋ ਜਾਏਗੀ। ਇਤਿਹਾਸਿਕ ਬੰਦੇ ਬਹੁਤ ਇਤਿਹਾਸ ਦੇ ਵਿੱਚ ਵੱਡੇ ਹੋਏ ਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਉਹਨਾਂ ਦਾ ਉਸ ਤਰ੍ਹਾਂ ਦੀ ਜਿਹੜੀ ਨਹੀਂ ਰਹਿੰਦੀ ਹੈਗੀ। ਲੇਕਿਨ ਗੁਰੂ ਸਾਹਿਬ ਜੀ ਦੀ ਜਿਹੜੀ ਸਿੱਖਿਆਵਾਂ ਦੀ ਪ੍ਰਸੰਗਤਾ ਆ ਉਹ ਜਿੰਨੀ 18ਵੀਂ ਜਾਂ 17ਵੀਂ ਸਦੀ ਸੀ ਉਹਦੇ ਨਾਲੋਂ ਵਧੇਰੇ ਅੱਜ ਹੈਗੀ ਹੈ। ਅੱਜ ਸਮਾਜ ਦੇ ਵਿੱਚ, ਕਿਉਂਕਿ ਸਮਾਜ ਵਿੱਚ ਨਾ ਤਾਂ ਹਕੂਮਤਾਂ ਆਪਣੇ ਸੁਭਾਅ ਬਦਲਦੀਆਂ ਜੀ ਤੇ ਨਾ ਹੀ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਸਦੀਵੀ ਤੌਰ ਤੇ ਕੋਈ ਹੱਲ ਹੁੰਦਾ ਹੈ। ਸਮਾਜਿਕ ਬੁਰਾਈਆਂ ਵੀ ਉਸ ਤਰ੍ਹਾਂ ਚੱਲਦੀਆਂ ਨੇ। ਤਾਂ ਉਹ ਪ੍ਰਸੰਗਤਾ ਇਸ ਕਰਕੇ ਜਿਹੜਾ ਇੱਕ ਫਨੋਮਨਾ ਆ, ਵਰਤਾਰਾ ਆ ਜਿਹੜਾ, ਉਹ ਫਨੋਮਨਾ ਹਮੇਸ਼ਾ ਬੰਦੇ ਦੇ ਅੰਦਰ ਟਰੈਵਲ ਕਰਦਾ ਆ ਜੀ, ਬੰਦਿਆਂ ਦੇ ਮਰਨ ਨਾਲ ਨਹੀਂ ਮਰਦਾ। ਜਿਹੜੇ ਪੰਡਤ ਹੈ, ਜੋਗੀ ਹੈ, ਕਾਜੀ ਹੈ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਦੇ ਵਿੱਚ ਜਿਨ੍ਹਾਂ ਨਾਲ ਡਾਇਲੋਗ ਕਰਦੇ ਹੈ ਜੀ, ਉਹ ਵਿਅਕਤੀ ਨਹੀਂ ਹਨ, ਉਹ ਵਰਤਾਰੇ ਆ, ਫਨੋਮਨੇ ਜਿਨ੍ਹਾਂ ਨੇ ਸਦਾ ਡਰਾਈਵ ਕਰਨਾ ਹੈਗਾ ਆ। ਜਦੋਂ ਮੈਂ ਸਮਝਦਾ ਕਿ ਮੈਂ ਸਭ ਤੋਂ ਵੱਡਾ ਨਿਆਂਕਾਰੀ ਆ ਤਾਂ ਮੇਰੇ ਅੰਦਰ ਇੱਕ ਕਾਜੀ ਦਾ ਵਰਤਾਰਾ ਚੱਲਦਾ ਆ। ਮੈਂ ਨਿਆਂ ਵਿੱਚ ਆਪਣੇ ਨਿਆਂ ਨੂੰ ਨਿਆਂ ਲੋਕਾਂ ਦੇ ਨਾਲ ਸਮਝਦਾ ਤੇ ਇਸੇ ਤਰ੍ਹਾਂ ਹੀ ਮੈਂ ਜਦੋਂ ਆਪਣੇ ਗਿਆਨ ਦਾ ਥੰਮ ਬਣਦਾ ਮੈਂ ਪੰਡਤ ਬਣ ਜਾਂਦਾ। ਇਸੇ ਤਰ੍ਹਾਂ ਇਹ ਜਿਹੜੇ ਵਰਤਾਰੇ ਆ ਜਿਹੜੇ ਉਹ ਸਦੀਵੀ ਚੱਲਦੇ ਆ ਤੇ ਸਮੱਸਿਆਵਾਂ ਵੀ ਲੋਕਾਂ ਦੀਆਂ ਸਦੀਵੀ ਚੱਲਦੀਆਂ ਨੇ। ਹੁਣ ਅੱਜ ਦੇ ਦੌਰ ਦੇ ਵਿੱਚ ਅਸੀਂ ਦੇਖੀਏ ਕਿ ਜਿਹੜਾ ਮਨੁੱਖ ਨੂੰ ਇੱਕ ਕੈਟਾਗਰੀ ਬਣ ਗਈ ਹੈ, ਇੱਕ ਮਿਡਲ ਸ਼੍ਰੇਣੀ ਹੈ, ਇੱਕ ਲੋਅਰ ਜਿਹੜੀ ਸ਼੍ਰੇਣੀ ਹੈ, ਇੱਕ ਹੋਰ ਲੋਅਰ ਅੱਗੇ ਕੈਟੇਗਰੀ ਬਣੀਆਂ ਹੋਈਆਂ ਮਨੁੱਖ ਦੀਆਂ। ਪਹਿਲਾਂ ਮਨੁੱਖ ਜਾਤੀ ਦੇ ਆਧਾਰ ਤੇ ਵੰਡਿਆ ਹੋਇਆ ਸੀਗਾ, ਅੱਜ ਹੋਰ ਬਹੁਤ ਸਾਰੀਆਂ ਨੇ ਪੜ੍ਹਾਈ ਦੇ ਆਧਾਰ ਤੇ ਵੰਡਿਆ ਗਿਆ ਆ, ਉਹਦਾ ਸਮਾਜਿਕ ਸਟੇਟਸ ਵੰਡਿਆ ਗਿਆ ਆ। ਜਦੋਂ ਅਸੀਂ ਛੋਟੀ ਕਾਰ 'ਚ ਬੰਦੇ ਨੂੰ ਦੇਖਦੇ ਹਾਂ ਉਹਦਾ ਸਟੇਟਸ ਹੋਰ ਹੈ, ਜਿਹੜਾ ਵੱਡੇ ਬੰਗਲਿਆਂ 'ਚ ਰਹਿੰਦਾ ਹੈ, ਵੱਡੀਆਂ ਕਰੋੜਾਂ ਦੀਆਂ ਕਾਰਾਂ 'ਚ ਚੜ੍ਹਦਾ ਆ, ਉਹਦਾ ਸਟੇਟਸ ਹੋਰ ਹੈ। ਬੰਦੇ ਦੇ ਵਿੱਚ ਜਿਹੜੇ ਵਿਤਕਰੇਬਾਜ਼ੀ ਹੈ, ਉਹਦਾ ਫਨੋਮਨਾ ਹੈ, ਇਹ ਸ਼ੁਰੂ ਤੋਂ ਜਦੋਂ ਸੰਸਾਰ ਬਣਿਆ ਉਦੋਂ ਤੋਂ ਚੱਲਿਆ ਆ ਰਿਹਾ ਤੇ ਅੱਗੇ ਤੱਕ ਟਰੈਵਲ ਕਰਦਾ ਆ। ਤੋ ਅੱਜ ਵੀ ਸਮੱਸਿਆਵਾਂ ਮਨੁੱਖ ਦੀਆਂ ਉਸੇ ਤਰ੍ਹਾਂ ਖੜੀਆਂ ਨੇ। ਅੱਜ ਮਨੁੱਖ ਦੇ ਦੇਖੋ ਅੱਜ ਦੇ ਦੌਰ ਦੇ ਵਿੱਚ 16-17 ਦੇਸ਼ ਐਵੇਂ ਦੇ ਹੈ ਜਿੱਥੇ ਅੱਜ ਅੰਨ ਲਈ ਦੰਗੇ ਹੋ ਰਹੇ ਆ। ਲੋਕਾਂ ਨੂੰ ਖਾਣ ਲਈ ਬਰਾਬਰਤਾ ਜਿਹੜੀ ਰੋਟੀ ਭੋਜਨ ਨਹੀਂ ਮਿਲ ਰਿਹਾ। ਉੱਥੇ ਕੁਝ ਬੰਦਿਆਂ ਦਾ ਜਿਹੜਾ ਆ ਉਹ ਮੋਨੋਪੋਲੀ ਬਣ ਗਈ ਆ। ਕੁਝ ਕੰਪਨੀਆਂ ਨੇ, ਕਾਰਪੋਰੇਟ ਨੇ ਕਬਜ਼ੇ ਕਰ ਲਏ ਆ ਸਾਰੇ ਸਾਧਨਾਂ ਉੱਤੇ। ਪਹਿਲਾਂ ਵੀ ਇਹ ਹੁੰਦਾ ਸੀ, ਪਹਿਲਾਂ ਰਾਜਾਂ ਦੇ ਰੂਪ ਸੀ, ਹੁਣ ਕਾਰਪੋਰੇਟ ਦੇ ਰੂਪ ਵਿੱਚ ਨੇ। ਅੱਜ ਵੀ ਜਿਹੜਾ ਰੌਲਾ ਸਾਡਾ ਇਹੀ ਹੈ, ਜਿਹੜਾ ਕਿਸਾਨ ਹੈ ਉਹ ਅੱਜ ਜਿਹੜਾ ਲੜਾਈ ਲੜ ਰਿਹਾ ਹੈਗਾ ਆ, ਉਹ ਆਪਣੀ ਲੜਾਈ ਨਹੀਂ ਲੜ ਰਿਹਾ, ਉਹ ਮਨੁੱਖਤਾ ਦੀ ਲੜਾਈ ਲੜ ਰਿਹਾ ਆ। ਅੱਜ ਸਾਡੇ ਸਾਹਮਣੇ ਆ ਮੱਕੀ 6 ਰੁਪਏ ਕਿਲੋ ਖਰੀਦ ਕੇ ਤੇ ਜਦੋਂ ਕਾਰਪੋਰੇਟ ਦੇ ਗੋਦਾਮ ਚਲੀ ਜਾਂਦੀ ਹੈ ਉਦੋਂ ਬਾਅਦ ਉਹਦਾ ਆਟਾ 150 ਰੁਪਏ ਕਿਲੋ ਹੋ ਜਾਂਦਾ ਆ ਜੀ। ਤੇ ਜਦੋਂ ਇਹਦੇ ਵੱਡੇ ਵੱਡੇ ਸੈਲੋ ਜਾਂ ਵੱਡੀਆਂ ਕੰਪਨੀਆਂ ਆ ਕੇ ਸਾਰਾ ਹੀ ਅਨਾਜ ਇੱਥੋਂ ਭਾਰਤ ਦਾ ਖਰੀਦ ਸਕਣ ਦੇ ਸਮਰੱਥ ਨੇ ਤਾਂ ਉਹ ਫਿਰ ਆਪਣੀ ਮਰਜ਼ੀ ਨਾਲ ਸਮਾਜ ਦੇ ਵਿੱਚ ਵੰਡਦੀਆਂ। ਉਹ ਅਸੀਂ ਹਰ ਫੀਲਡ ਦੇ ਵਿੱਚ ਦੇਖਿਆ ਆ। ਜਦੋਂ ਉਹਨਾਂ ਦੀ ਮੋਨੋਪੋਲੀ ਬਣ ਜਾਂਦੀ ਆ ਤਾਂ ਉਹ ਫਿਰ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਜਾਂਦਾ। ਸਿੱਖਿਆ ਸਾਡੇ ਤੋਂ ਪਹਿਲਾਂ ਦੂਰ ਹੋ ਚੁੱਕੀ ਹੈ, ਜਿਹੜੀ ਸਿਹਤ ਸੇਵਾਵਾਂ ਨੇ ਉਹ ਦੂਰ ਹੋ ਚੁੱਕੀਆਂ ਨੇ ਤੇ ਨਿਆਂ ਦੂਰ ਹੋ ਚੁੱਕਿਆ। ਅੱਜ ਸਿਰਫ 45% ਤੋਂ ਘੱਟ ਬੰਦੇ ਆ ਜਿਹੜੇ ਕੋਰਟ ਪਹੁੰਚ ਕਰ ਸਕਦੇ ਆ ਜੀ। 55% ਤਾਂ ਸਮਾਜ ਦਾ ਉਹ ਹਿੱਸਾ ਜਿਹੜਾ ਕੋਰਟ 'ਚ ਜਾਣ ਦੇ ਸਮਰੱਥ ਹੀ ਨਹੀਂ ਰਿਹਾ, ਜਿਹੜਾ ਵਕੀਲਾਂ ਦੀ ਫੀਸ ਅਫੋਰਡ ਹੀ ਨਹੀਂ ਕਰ ਸਕਦਾ ਤੇ ਉਹਨੇ ਨਿਆਂ ਕਿੱਥੋਂ ਲੈਣਾ ਆ। ਸੋ ਐਵੇਂ ਦੇ ਦੌਰ ਦੇ ਵਿੱਚ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਨੂੰ ਬਹੁਤ, ਕਿਉਂਕਿ ਉਹਨਾਂ ਨੇ ਮਨੁੱਖਤਾ ਲੰਗਰ ਰਾਹੀਂ ਵੀ ਲੋਕਾਂ ਨੂੰ, ਲੰਗਰ ਸਿਰਫ ਭੁੱਖਿਆਂ ਨੂੰ ਭੋਜਨ ਨਹੀਂ ਹੈਗਾ ਜੀ, ਉਹ ਮਨੁੱਖ ਦੇ ਕਈ ਜਿਹੜੇ ਅੰਦਰ ਵਰਤਾਰੇ ਆ ਉਹਨਾਂ ਨੂੰ ਡੀਲ ਕਰਦਾ ਆ, ਮਨੁੱਖ ਨੂੰ ਮਨੁੱਖ ਬਣਾਉਂਦਾ ਆ, ਉਹਨੂੰ ਉਹ ਅਹਿਸਾਸ ਕਰਾਉਂਦਾ ਆ ਵੀ ਤੂੰ ਅਸੀਂ ਸਾਰੇ ਧਰਤੀ ਤੇ ਬਰਾਬਰ ਜੀਵ ਆ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ। ਮਾਂ ਦੇ ਪੇਟ ਤੋਂ ਜੰਮਿਆ ਬੱਚਾ ਜਿਹੜਾ ਉਹ ਵੱਡਾ ਛੋਟਾ ਸਾਰੀ ਅਸੀਂ ਬਰਾਬਰ ਆ, ਸਾਡਾ ਇੱਕੋ ਖੂਨ ਹੈ, ਇੱਕੋ ਹੀ ਕੁਦਰਤ ਨੇ ਸਾਨੂੰ ਪੈਦਾ ਕੀਤਾ ਆ। ਤੇ ਉਹ ਗੁਰੂ ਸਾਹਿਬ ਦੀ ਜਿਹੜੀ ਸਿੱਖਿਆ ਆ ਅੱਜ ਵੀ ਸਮਾਜ ਦੇ ਵਿੱਚ ਹੈ ਜਿਹੜਾ ਉਹ ਪੂਰੀ ਉਹਦੀ ਪ੍ਰਸੰਗਤਾ ਹੈਗੀ ਆ, ਉਹਦੀ ਲੋੜ ਹੈਗੀ ਆ ਕਿ ਜਿਸ ਸਮਾਜ ਅਸੀਂ ਵੱਧ ਰਹੇ ਆ, ਜਿਹੜੇ ਰੋਜ਼ ਦੰਗਾ ਫਸਾਦ ਹੋ ਰਹੇ ਨੇ, ਭਾਈਚਾਰਾ ਟੁੱਟ ਰਿਹਾ ਆ, ਇਸ ਜਿਹੜਾ ਨਵਾਂ ਜਿਹੜਾ ਸਾਡਾ ਮਾਡਲ ਹੈ, ਤਰੱਕੀ ਦਾ ਮਾਡਲ ਹੈ, ਇਹਨੇ ਸਾਡੇ ਸਾਹਮਣੇ ਇਹ ਨਵੀਆਂ ਪ੍ਰੋਬਲਮ ਖੜੀਆਂ ਕਰ ਦਿੱਤੀਆਂ ਨੇ। ਜਿਹੜੀ ਵੈਸਟਰਨ ਦੀ ਐਜੂਕੇਸ਼ਨ ਹੈ ਇਹਨੇ ਵੱਡੇ ਚੈਲੰਜ ਸਾਡੇ ਸਾਹਮਣੇ ਪੈਦਾ ਕੀਤੇ ਆ। ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਮਨੁੱਖ ਨੂੰ ਕਿਹਾ ਆ ਮੈਂ ਜਿਹੜੇ ਮੇਰੇ ਤੋਂ ਪਹਿਲੀ ਪੀੜ੍ਹੀ ਸੀਗੀ ਉਹਨਾਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਉਹਨੇ ਕਿਹੜੇ ਕੱਪੜੇ ਪਾਏ ਆ। ਲਈ ਅੱਜ ਹਰੇਕ ਬ੍ਰਾਂਡ ਦਾ ਗੁਲਾਮ ਹੋ ਗਿਆ ਆ। ਪਦਾਰਥਵਾਦ ਭਾਰੀ ਹੋ ਗਿਆ, ਭਾਰੂ ਪਦਾਰਥਵਾਦ ਹੈ। ਉਹਨੂੰ ਉਹਦੀ ਗੁਲਾਮੀ ਤੋਂ ਕੱਢਣਾ ਹੈ ਜਿਹੜੀ ਆ ਉਹ ਤਾਂ ਹੀ ਨਿਕਲ ਸਕਦਾ ਆ ਜੇ ਉਹ ਵੱਡੀ ਸਿੱਖਿਆ ਤੇ ਚੱਲੇਗਾ। ਅੱਜ ਜਿਵੇਂ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਇੱਕੋ ਟਰਾਲੀਆਂ 'ਚ ਰਹਿ ਰਹੇ ਆ, ਇੱਕੋ ਖਾਣਾ ਖਾ ਰਹੇ ਆ, ਇਹੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਸੀਗਾ। ਜਿਹੜਾ
ਜਿਹੜਾ ਬੇਗਮਪੁਰਾ ਗੁਰਬਾਣੀ ਦੇ ਵਿੱਚ ਜ਼ਿਕਰ ਕੀਤਾ ਸੀ, ਉਹ ਬੇਗਮਪੁਰਾ ਆਈਡੀਅਲ ਸਾਡਾ ਸ਼ਹਿਰ ਹੈ, ਉਹ ਆਈਡੀਅਲ ਦੇਸ਼ ਹੈ, ਉਹ ਆਈਡੀਅਲ ਸ਼ਹਿਰ ਅੱਜ ਅਸੀਂ ਦੇਖ ਰਹੇ ਹਾਂ ਕਿ ਉਹਦਾ ਜਿਹੜਾ ਸਰੂਪ ਹੈਗਾ ਆ ਉਹ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ, ਗਾਜ਼ੀਪੁਰ ਬਾਰਡਰ ਤੇ ਸਾਨੂੰ ਦੇਖਣ ਨੂੰ ਮਿਲਦਾ ਆ, ਜਿੱਥੇ ਬੰਦੇ ਇੱਕੋ ਜਿਹਾ ਭੋਜਨ ਖਾਂਦੇ ਆ, ਇੱਕੋ ਜਿਹੇ ਕੱਪੜਿਆਂ 'ਚ ਰਹਿੰਦੇ ਆ, ਇੱਕੋ ਜਿਹਾ ਸੌਣ ਹੈ, ਇੱਕੋ ਦਾ ਜੀਵਨ ਜਾਂਚ ਜਿਹੜੇ ਆ ਉਹਨਾਂ ਨੂੰ ਜੀ ਰਹੇ ਆ, ਕਿ ਉਹ ਸਾਰੇ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦੇ ਆ। ਇਹ ਵੱਡੀ ਗੱਲ ਹੈਗੀ ਆ, ਇਹ ਗੁਰੂ ਸਾਹਿਬ ਜੀ ਦੇ ਇਹ ਸਿੱਖਿਆ ਕਰਕੇ ਪੋਸੀਬਲ ਹੋ ਚੁੱਕਿਆ ਆ। ਜੇ ਪੰਜਾਬ ਦਾ ਕਿਸਾਨ ਇਹ ਲੀਡ ਕਰ ਰਿਹਾ ਆ, ਜਾਂ ਭਾਰਤ ਦਾ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਲੀਡਰ ਮੰਨ ਰਿਹਾ, ਤਾਂ ਉਹ ਇਸੇ ਗੱਲ ਤੋਂ ਮੰਨ ਰਿਹਾ ਕਿਉਂਕਿ ਉਹਦੇ ਕੋਲ ਜਿਹੜੀਆਂ ਲੋਕਧਾਰਾ ਦੇ ਵਿੱਚ ਪਈਆਂ ਨੇ, ਉਹਦੀ ਵਿਰਾਸਤ ਵਿੱਚ ਚੀਜ਼ਾਂ ਪਈਆਂ ਨੇ, ਉਹ ਸਿੱਖਿਆ ਪਈਆਂ ਨੇ ਗੁਰੂ ਸਾਹਿਬ ਦੀਆਂ, ਉਸ ਕਰਕੇ ਅਸੀਂ ਕਹਿੰਦੇ ਹਾਂ ਕਿ ਇਹ ਵੱਡੀ ਚੀਜ਼ ਹੈਗੀ ਆ। ਜਿਵੇਂ ਤੁਸੀਂ ਪਹਿਲਾਂ ਦੱਸ ਵੀ ਦਿੱਤਾ ਕਿ ਗੁਰੂ ਮਹਾਰਾਜ ਦੇ ਜਿਹੜੇ ਸੰਦੇਸ਼ ਆ, ਮਨੁੱਖੀ ਬਰਾਬਰਤਾ ਤੇ ਸਮਾਜਿਕ ਏਕਤਾ, ਜਿਹੜੇ ਉਹਦੇ ਸਿਰਜਕ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦ ਨੇ, ਕਿਉਂਕਿ ਉਸ ਸਮੇਂ ਦੇ ਵਿੱਚ ਜਾਤ ਪਾਤ ਭਾਵੇਂ ਕਿ ਅੱਜ ਵੀ ਆ, ਊਚ ਨੀਚ, ਭੇਦਭਾਵ ਜਿਹੜੇ ਆਦਿਕ ਸਮਾਜ ਦੇ ਚਿੰਤਾਜਨਕ ਵਿਸ਼ੇ ਆ, ਉਹਨਾਂ ਦੇ ਉੱਪਰ ਜੇ ਦੇਖਿਆ ਜਾਵੇ ਡਾਕਟਰ ਸਾਹਿਬ ਵੀ ਗੁਰੂ ਸਾਹਿਬ ਦਾ ਸੰਦੇਸ਼ ਤੁਸੀਂ ਕਿਵੇਂ ਸਾਡੇ ਦਰਸ਼ਕਾਂ ਨੂੰ, ਸੰਗਤ ਨੂੰ ਦੱਸਣਾ ਚਾਹੋਗੇ ਕਿ ਮਨੁੱਖੀ ਏਕਤਾ ਤੇ ਜਿਹੜੀ ਸਮਾਜਿਕ ਬਰਾਬਰਤਾ ਉਹਨੂੰ ਕਿਵੇਂ ਸੰਦੇਸ਼ ਗੁਰੂ ਮਹਾਰਾਜ ਦਾ ਤੁਸੀਂ ਵੇਖ ਰਹੇ ਹੋ? ਸੰਦੇਸ਼ ਗੁਰੂ ਮਹਾਰਾਜ ਦੇ ਸਾਹਿਬ ਜੇ ਸਮਝਣਾ ਹੋਵੇ ਤਾਂ ਸਾਨੂੰ ਪੰਜ ਪਿਆਰਿਆਂ ਦਾ ਜਿਹੜੀ ਜਾਂ ਖਾਲਸਾ ਪੰਥ ਦੀ ਜਿਹੜੀ ਸਿਰਜਣਾ ਆ ਉਹ ਤੋਂ ਹੀ ਸਮਝਣ। ਜਦੋਂ ਉਹਨਾਂ ਨੇ ਖੰਡੇ ਕੀ ਪਹੁਲ ਤਿਆਰ ਕੀਤੀ ਕੇਸਗੜ੍ਹ ਸਾਹਿਬ, ਤਾਂ ਉਹਨਾਂ ਦੇ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਸੀਗਾ ਉਸ ਟਾਈਮ ਇਸ ਗੱਲ ਲਈ ਤਿਆਰ ਹੋ ਗਿਆ ਸੀ, ਪਹਾੜੀ ਰਾਜਾਂ ਦੇ ਵਿੱਚ ਵੱਡੇ ਘਰਾਣਿਆਂ ਦੇ ਲੋਕ ਸ਼ਾਮਿਲ ਸੀ, ਜਿਹੜਾ ਨਾਲ ਗੁਰੂ ਸਾਹਿਬ ਜੀ ਦਾ ਮਤਭੇਦ ਇਹ ਹੋ ਗਿਆ। ਉਹ ਕਹਿੰਦੇ ਵੀ ਅਸੀਂ ਅੰਮ੍ਰਿਤ ਤੁਹਾਡਾ ਛਕਣ ਲਈ ਤਿਆਰ ਹਾਂ, ਪਰ ਸਾਨੂੰ ਤੁਸੀਂ ਜਿਹੜਾ ਅਲੱਗ ਛਕਾਓ, ਤੇ ਆ ਜਿਹੜੇ ਦਲਿਤ ਲੋਕ ਨੇ ਇਹਨਾਂ ਨੂੰ ਅਲੱਗ ਛਕਾ ਲਓ। ਤਾਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀਗਾ ਕਿ ਇਹ ਸੰਭਵ ਨਹੀਂ ਹੈਗਾ। ਇਹ ਬੁਨਿਆਦ ਜਿਹੜੀ ਸਾਡੀ ਬੁਨਿਆਦ ਹੈਗੀ ਆ, ਇਹ ਬਰਾਬਰਤਾ ਮਨੁੱਖਤਾ ਦੀ ਬਰਾਬਰਤਾ ਲਈ ਇਸ ਕਰਕੇ ਆ ਕਿ ਸਾਡੇ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾਂ ਜਿਹੜਾ ਬਾਣੀ ਦੇ ਵਿੱਚ ਸੰਦੇਸ਼ ਆਇਆ, ਬਾਕੀ ਗੁਰੂਆਂ ਨੇ ਜਿਨ੍ਹਾਂ ਦੇ ਉੱਤੇ ਪਹਿਰੇਦਾਰੀ ਕੀਤੀ ਹੈ, ਸਾਡਾ ਜਿਹੜਾ ਲੰਗਰ ਦੀ ਪ੍ਰਥਾ ਆ, ਜਾਂ ਹੋਰ ਸਾਡੇ ਜਿਹੜੇ ਇੰਸਟੀਟਿਊਸ਼ਨ ਨੇ, ਉਹ ਇਹ ਇਜਾਜ਼ਤ ਨਹੀਂ ਦਿੰਦੀਆਂ ਕਿ ਕਿਸੇ ਮਨੁੱਖ ਨਾਲ ਕਿਸੇ ਵੀ ਆਧਾਰ ਤੇ, ਕਿਸੇ ਵੀ ਭਾਵੇਂ ਉਹ ਜਾਤੀ ਦਾ ਹੋਵੇ ਤੇ ਭਾਵੇਂ ਇਲਾਕੇ ਦਾ ਹੋਵੇ, ਕੋਈ ਬੋਲੀ ਦਾ ਹੋਵੇ, ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਤਾਂ ਉਹਦੇ ਕਰਕੇ ਜਿਹੜਾ ਉੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ, ਉਹਦੇ ਵਿੱਚ ਸਮਾਜ ਦੇ ਜਿਹੜੇ ਨੀਵੇਂ ਅਖੌਤੀ ਤੌਰ ਤੇ ਨੀਵੇਂ ਸਮਝੇ ਜਾਣ ਵਾਲੇ ਵਰਗ ਸੀਗੇ, ਉਹਨਾਂ ਦੇ ਵਿੱਚੋਂ ਵੱਡੇ ਵੱਡੇ ਜਰਨੈਲ ਪੈਦਾ ਹੋ ਗਏ। ਤੁਸੀਂ ਦੇਖੋ ਵੀ ਜੇ ਇਸ ਇਤਿਹਾਸ ਦੇ ਵਿੱਚ ਬਹੁਤ ਵੱਡੇ ਚੈਲੰਜ ਇਤਿਹਾਸਕਾਰਾਂ ਦੇ ਸਾਹਮਣੇ ਕਿ ਏਸ਼ੀਆ ਦੇ ਵਿੱਚ 18% ਲੋਕ ਨੇ ਖੇਤੀ ਕਰਨ ਵਾਲੇ, ਜਿਨ੍ਹਾਂ ਨੂੰ ਜੱਟ ਸਮਾਜ ਨਾਲ ਕਿਹਾ ਜਾਣਿਆ ਜਾਂਦਾ ਆ। ਸਿਰਫ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੇ ਇਤਿਹਾਸ 'ਚ ਇਤਿਹਾਸ ਵੱਡਾ ਪੈਦਾ ਕੀਤਾ ਤੇ ਵੱਡੇ ਬੰਦੇ ਪੈਦਾ ਕੀਤੇ ਆ। ਬਾਕੀ ਜਿਹੜੀਆਂ ਜੱਟ ਸ਼੍ਰੇਣੀਆਂ ਨੇ ਬਾਕੀ ਵਰਗਾਂ ਦੇ ਵਿੱਚ ਨੇ, ਬਾਕੀ ਇਲਾਕਿਆਂ 'ਚ ਨੇ, ਉਹ ਅੱਜ ਵੀ ਇੱਕ ਬੈਕਵਰਡ ਜ਼ਿੰਦਗੀ ਹੰਢਾ ਰਹੀਆਂ ਨੇ। ਅੱਜ ਵੀ ਉਹ ਕਿਤੇ ਰਿਜ਼ਰਵੇਸ਼ਨ ਮੰਗ ਰਹੀਆਂ ਨੇ ਤੇ ਉਹਨਾਂ ਕੋਲ ਪਾਵਰ 'ਚ ਹਿੱਸੇਦਾਰੀ ਨਹੀਂ ਹੈਗੀ। ਜੇ ਹਿੱਸੇਦਾਰੀ ਪੰਜਾਬ 'ਚ ਹੋਈ ਹੈ ਤਾਂ ਉਹ ਗੁਰੂਆਂ ਦੀ ਦੇਣ ਕਰਕੇ ਹੋਈ ਹੈ। ਇੱਥੇ ਗੁਰੂ ਸਾਹਿਬਾਨ ਜਿਹੜੇ ਸਿੱਖਿਆ ਦਿੱਤੀ ਸੀਗੇ, ਜਿਹਨੂੰ ਰਾਜਮੋਹਨ ਗਾਂਧੀ ਨੇ ਵੀ ਡੀਲ ਕੀਤਾ। ਉਹ ਕਹਿੰਦਾ ਜਦੋਂ ਜਿਹੜਾ ਆ ਉਹ ਟੁੱਟ ਗਿਆ ਮੁਗਲ ਸਮਾਜ, ਤੇ ਰਾਜਿਆਂ ਦੀ ਬੈਕਗਰਾਊਂਡ ਵਾਲੇ ਤੇ ਰਾਜਪੂਤ ਸੀ, ਹੋਰ ਘਰਾਣੇ ਸੀਗੇ, ਤੇ ਉਹ ਜਦੋਂ ਮੁਗਲ ਰਾਜ ਟੁੱਟਿਆ ਤਾਂ ਉਹਦਾ ਫਾਇਦਾ ਉਹਨਾਂ ਨੂੰ ਲੈਣਾ ਚਾਹੀਦਾ ਸੀਗਾ। ਇਹ ਪੰਜਾਬ ਦੇ ਲੋਕ ਕਿਉਂ ਛੋਟੇ ਛੋਟੇ ਜਿਹੜੇ ਗਰੁੱਪ ਸੀਗੇ, ਇਹ ਕਿਉਂ ਏਡੇ ਵੱਡੇ ਵੱਡੇ ਰਾਜ ਦੇ ਮਾਲਕ ਬਣ ਗਏ? ਦਿੱਲੀ ਤੋਂ ਲੈ ਕੇ ਕਾਬਲ ਤੱਕ ਝੰਡੇ ਇਹਨਾਂ ਦੇ ਕਿਉਂ ਝੁੱਲ ਗਏ? ਕਿਉਂਕਿ ਇਹਨਾਂ ਦੇ ਨਾਲ ਜਿਹੜੇ ਗਰੀਬ ਲੋਕ ਸੀ, ਸਮਾਜ ਦੇ ਪਛੜੇ ਲੋਕ ਸੀ, ਉਹ ਜੁੜ ਕੇ ਇਹਨਾਂ ਦੇ ਵਿੱਚ ਵਿਤਕਰੇਬਾਜ਼ੀ ਲਈ ਕੋਈ ਥਾਂ ਨਹੀਂ ਸੀ। ਅੱਜ ਵੀ ਤੌਰ ਤੇ ਵੀ ਅਸੀਂ ਜੋ ਦੇਖਦੇ ਹਾਂ, ਪੋਲੀਟੀਕਲ ਤੌਰ ਤੇ ਵੀ ਐਨਾਲਿਸਿਸ ਕਰਦੇ ਹਾਂ ਕਿ ਕਾਮਰੇਡ ਵੀ ਜਿਹੜੇ ਆ ਉਹ ਜਾਤੀਆਂ ਨੂੰ ਮੰਨਦੇ ਨਹੀਂ, ਜਾਤੀ ਵਿਤਕਰੇ ਨੂੰ। ਪਰ ਅਸਲੀਅਤ ਵਿੱਚ ਜੇ ਕਹਿਣਾ ਹੋਵੇ ਕਿ ਕਾਮਰੇਡਾਂ ਦੀ ਲੀਡਰਸ਼ਿਪ ਵਿੱਚ ਆਪਣੇ ਹਰਕ੍ਰਿਸ਼ਨ ਸਰਜੀਤ ਨੂੰ ਛੱਡ ਕੇ ਜਿੰਨੇ ਵੀ ਵੱਡੇ ਲੀਡਰ ਹੋਏ ਸੀ, ਉਹ ਜਿਹੜੇ ਆ ਬ੍ਰਾਹਮਣ ਸਮਾਜ ਚੋਂ ਆਏ ਜੀ। ਉਹ ਨਹੀਂ ਮਤਲਬ ਅੱਜ ਵੀ ਕੋਈ ਕਿਸੇ ਜਿਹੜਾ ਪੀਠ ਹੈ, ਕਿਸੇ ਦਾ ਵੱਡੇ ਜਿਹੜੇ ਇਹਨਾਂ ਦੇ ਵੱਡੇ ਸਥਾਨ ਨੇ, ਉਹਨਾਂ ਦੇ ਮੁਖੀ ਹੈ ਜਿਹੜੇ, ਉਹ ਦਲਿਤ ਜਾਤੀਆਂ ਚੋਂ ਨਹੀਂ ਬਣ ਸਕਦੇ ਜਿੰਨੇ ਵੀ ਮੱਠ ਹੈ। ਲੇਕਿਨ ਅਕਾਲ ਤਖਤ ਦਾ ਜਥੇਦਾਰ
ਅੱਜ ਵੀ ਅਖੌਤੀ ਤੌਰ ਤੇ ਦਲਿਤ ਜਾਤੀਆਂ ਚੋਂ ਬਣ ਸਕਦਾ, ਬਣੇ ਆ ਸਾਡੇ ਸਾਹਮਣੇ, ਪਿਛਲੇ ਸਮਿਆਂ 'ਚ ਬਣੇ ਆ। ਇਹਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਸਾਡੇ ਵੱਡੇ ਜਰਨੈਲ ਹੋਏ, ਹਿਸਟਰੀ 'ਚ ਵੱਡੇ ਵੱਡੇ ਬੰਦੇ ਪੈਦਾ ਕੀਤੇ ਆ ਅਸੀਂ, ਤੇ ਰੰਗਰੇਟਾ, ਬਕਾਇਦਾ ਰੰਗਰੇਟਿਆਂ ਦੀ ਇੱਕ ਜਿਹੜੇ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਦੇ ਰਾਹੀਂ ਇੱਕ ਉਹਨਾਂ ਦੀ ਇੱਕ ਪਲਟਨ ਕਰਦੀ ਰਹੀ, ਮਹਾਰਾਜਾ ਰਣਜੀਤ ਸਿੰਘ ਤੱਕ, ਦਲ ਖਾਲਸਾ ਤੱਕ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸਿੱਖ ਸਮਾਜ ਦੇ ਵਿੱਚ। ਸੋ ਇਹ ਸਾਰੇ ਦੇ ਪਿਛੋਕੜ ਵਿੱਚ ਗੁਰੂ ਸਾਹਿਬ ਜੀ ਦੀ ਜਿਹੜੀ ਬਰਾਬਰਤਾ ਦਾ ਹੈਗਾ, ਹਰ ਤਰ੍ਹਾਂ ਦੀ ਬਰਾਬਰਤਾ, ਇਹ ਨਹੀਂ ਸਿਰਫ ਤੁਸੀਂ ਲੰਗਰ ਛਕਾ ਦਿਓ ਤਾਂ ਉੱਥੇ ਬਰਾਬਰਤਾ, ਉਹਦੀ ਪਾਵਰ ਵਿੱਚ ਹਿੱਸੇਦਾਰੀ ਹੈ। ਤੇ ਇਹ ਗੁਰੂ ਸਾਹਿਬ ਜੀ ਦਾ ਜਿਹੜਾ ਦਿੱਤਾ ਹੋਇਆ ਸੰਦੇਸ਼ ਹੈ, ਇਹਨੂੰ ਹਾਲੇ ਉਧਰ ਮੰਜ਼ਿਲ ਤੇ ਲੈ ਕੇ ਜਾਣਾ ਆ। ਅਸੀਂ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਵੀ, ਸਾਡੇ ਲੋਕਾਂ ਦੇ ਸਿਰ ਦੇ ਉੱਤੇ ਵੱਡੀ ਜ਼ਿੰਮੇਵਾਰੀ ਹੈ ਗੁਰੂ ਸਾਹਿਬ ਜੀ ਦੀ ਸਿੱਖਿਆ ਦੇ ਅਸੀਂ ਅਮਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ 37% ਦਲਿਤ ਹੈਗਾ ਆ, ਉਹਨਾਂ ਨੂੰ ਪਾਵਰ ਵਿੱਚ ਜਿਹੜੀ ਆ ਸਿਆਸਤ ਸੱਤਾ ਵਿੱਚ ਹਿੱਸੇਦਾਰੀ ਤੇ ਪਾਵਰ ਵਿੱਚ ਹਿੱਸੇਦਾਰੀ ਤੇ ਹੋਰ ਜਿਹੜੇ ਸਾਧਨ ਨੇ ਉਹਨਾਂ ਵਿੱਚ ਹਿੱਸੇਦਾਰੀ ਅਸੀਂ ਦੇਣੀ ਹੈ। ਗੁਰੂ ਸਾਹਿਬ ਦੇ ਤਾਂ ਅਸੀਂ ਸੱਚੇ ਸੁੱਚੇ ਸਿੱਖ ਹਾਂ। ਜੇ ਅਸੀਂ ਉਹਨਾਂ ਦਾ ਹੱਕ ਮਾਰ ਰਹੇ ਹਾਂ ਕਿਸੇ ਤਰ੍ਹਾਂ, ਤੇ ਫਿਰ ਅਸੀਂ ਗੁਰੂ ਸਾਹਿਬ ਜੀ ਦੇ ਇਹ ਸਿਧਾਂਤਾਂ ਦੀ ਵਿਰੋਧਤਾ ਕਰਕੇ, ਤੇ ਜਿਸ ਵਿਰੁੱਧ ਗੁਰੂ ਸਾਹਿਬ ਜੀ ਨੇ ਸਟੈਂਡ ਲਿਆ ਸੀਗਾ, ਉਹਨਾਂ ਨੇ ਸੰਘਰਸ਼ ਕੀਤਾ ਸੀ, ਉਹਨਾਂ ਦਾ ਸੰਘਰਸ਼ ਕਿਸੇ ਇਸਲਾਮ ਦੇ ਖਿਲਾਫ ਜਾਂ ਕਿਸੇ ਹੋਰ ਧਰਮ ਦੇ ਖਿਲਾਫ ਨਹੀਂ ਸੀ, ਬੇਇਨਸਾਫੀ ਖਿਲਾਫ ਸੀ। ਜੇ ਬੇਇਨਸਾਫੀ ਸਿੱਖ ਕਰਦਾ ਆ ਤਾਂ ਗੁਰੂ ਸਾਹਿਬ ਜੀ ਉਹਦੇ ਵੀ ਉਹਨਾਂ ਹੀ ਖਿਲਾਫ ਹੈ। ਸੋ ਬੇਇਨਸਾਫੀ ਕੋਈ ਵੀ ਕਰੇ, ਕਿਸੇ ਵੀ ਧਰਮ ਦਾ ਰਾਜਾ ਕਰੇ, ਕੋਈ ਵੀ ਸਤਾ ਕਰੇ, ਉਹ ਸਿੱਖ ਜਿਹੜਾ ਆ, ਸਿੱਖ ਦਾ ਫਰਜ਼ ਬਣਦਾ ਉਹਦੀ ਜਿਹੜੀ ਆ ਉਹ ਵਿਰੋਧਤਾ ਕਰੇਗਾ, ਉਹਦੇ ਵਿਰੁੱਧ ਸੰਘਰਸ਼ ਦੀ ਬੁਲੰਦ ਕਰੇਗਾ। ਜਿਵੇਂ ਡਾਕਟਰ ਖੁਸ਼ਹਾਲ ਜੀ ਤੁਸੀਂ ਦੱਸਿਆ ਕਿ ਜ਼ੁਲਮ ਦੇ ਖਿਲਾਫ ਕਿਵੇਂ ਆਵਾਜ਼ ਉਠਾਉਣੀ ਹੈ, ਇਹਦਾ ਜਿਹੜਾ ਸੰਦੇਸ਼ ਹੈ ਗੁਰੂ ਮਹਾਰਾਜ ਨੇ ਦਿੱਤਾ ਹੈ, ਤੇ ਸਾਨੂੰ ਇਹ ਜਿਹੜਾ ਸੰਦੇਸ਼ ਹੈ ਉਹਨਾਂ ਦੀਆਂ ਜਿਹੜੀਆਂ ਕਾਵਿ ਰਚਨਾਵਾਂ ਉਹਨਾਂ 'ਚ ਵੀ ਮਿਲਦਾ। ਤੇ ਸਭ ਤੋਂ ਜਿਹੜੀ ਅਹਿਮ ਗੱਲ ਇਹ ਹੈ ਡਾਕਟਰ ਸਾਹਿਬ ਕਿ ਗੁਰੂ ਮਹਾਰਾਜ ਦੀ ਸਾਹਿਤ ਨੂੰ ਬਹੁਤ ਵੱਡੀ, ਜੇ ਆਪਾਂ ਸਾਹਿਤਕ ਪੱਖੋਂ ਗੱਲ ਕਰੀਏ ਤਾਂ ਖਾਸ ਕਰ ਪੰਜਾਬੀ ਸਾਹਿਤ ਨੂੰ ਗੁਰੂ ਮਹਾਰਾਜ ਦੀ ਬਹੁਤ ਵੱਡੀ ਦੇਣ ਹੈ। ਉਹਨਾਂ ਦੀਆਂ ਜਿਹੜੀਆਂ ਸਾਹਿਤਕ ਰਚਨਾਵਾਂ ਅੱਜ ਵੀ ਵਿਸ਼ਵ ਦੇ ਵਿੱਚ ਪੂਰੀਆਂ ਮਕਬੂਲ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸਾਹਿਤਕ ਰਚਨਾ, ਉਹਦੇ ਵਿੱਚ ਅਕਾਲ ਪੁਰਖ ਦੀ ਵੱਖ-ਵੱਖ ਵਿਸ਼ਿਆਂ ਦੇ, ਭਾਵੇਂ ਅਕਾਲ ਪੁਰਖ ਦੀ ਅਰਾਧਨਾ ਨੂੰ ਲੈ ਕੇ ਵੱਖ-ਵੱਖ ਵਿਸ਼ਿਆਂ ਦੇ ਵਿੱਚ ਉਹਨਾਂ ਨੇ ਆਪਣੀਆਂ ਜਿਹੜੀਆਂ ਰਚਨਾਵਾਂ ਉਹ ਰਚੀਆਂ। ਉਹਦੇ ਵਿੱਚ ਜਿਹੜਾ ਮੁੱਖ ਵਿਸ਼ਾ ਵੀਰ ਰਸ ਨੂੰ ਲੈ ਕੇ ਵੀ ਵੇਖਿਆ ਜਾ ਸਕਦਾ, ਕਿਉਂਕਿ ਜ਼ੁਲਮ ਦੇ ਨਾਲ ਟੱਕਰਾ ਕਰਨ ਲਈ ਵੀਰ ਰਸ ਦੀ ਇੱਕ ਅਹਿਮ ਭੂਮਿਕਾ, ਮੁੱਖ ਭੂਮਿਕਾ ਹੁੰਦੀ ਹੈ। ਕਿਵੇਂ ਵੇਖਦੇ ਹੋ ਜੀ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਸਾਹਿਤਕ ਰਚਨਾ ਹੈ ਤੇ ਉਹਦੇ ਵਿੱਚ ਵੀਰ ਰਸ ਦੀ ਜਿਹੜੀ ਭੂਮਿਕਾ ਜੀ? ਵੀਰ ਰਸ ਦੀ ਭੂਮਿਕਾ ਤੇ ਵੈਸੇ ਗੁਰੂ ਨਾਨਕ ਸਾਹਿਬ ਜੀ ਨੇ ਜੋ ਆਸਾ ਦੀ ਵਾਰ ਦੀ ਰਚਨਾ ਕੀਤੀ ਹੈ, ਉਹਦੇ ਬੀਜ ਜਿਹੜੇ ਆ ਉਹ ਉੱਥੇ ਪਏ, ਉਸ ਪਿਛੋਕੜ ਉੱਚ ਪਿਆ ਆ। ਕਿਉਂਕਿ ਜਿਹੜੀਆਂ ਵਾਰਾਂ ਨੇ ਹਮੇਸ਼ਾ ਲੜਾਈਆਂ ਵਾਸਤੇ ਤੇ ਯੋਧਿਆਂ ਦੀਆਂ ਜਿਹੜੇ ਪੋਲੀਟੀਕਲ ਜੰਗਾਂ ਦੇ ਵਿੱਚ ਉਹਨਾਂ ਦੇ ਹੱਕ 'ਚ ਲਿਖਣ ਲਾਉਣ ਦਾ ਇੱਕ ਰਵਾਇਤ ਚੱਲ ਰਹੀ ਸੀ ਇੱਥੇ ਸਾਡੇ ਇਸ ਵੱਡੇ ਸਮਾਜ ਦੇ ਵਿੱਚ। ਤੋ ਇੱਥੇ ਜਿਹੜਾ ਸੰਘਰਸ਼ ਹੈ, ਮਨੁੱਖ ਨੇ ਜਿਹੜਾ ਸੰਘਰਸ਼ ਸਦਾ ਲੜਨਾ ਆ, ਜਿਹੜਾ ਮਨੁੱਖ ਨੇ ਆਪਣੀਆਂ ਬਿਰਤੀਆਂ ਦੇ ਖਿਲਾਫ ਵੀ ਲੜਨਾ ਆ, ਆਪਣੇ ਆਪ ਖਿਲਾਫ ਵੀ ਲੜਨਾ ਆ, ਉਹਦਾ ਜਿਹੜਾ ਆਸਾ ਦੀ ਵਾਰ ਦੇ ਵਿੱਚ ਉਹਦਾ ਨੀਂਹ ਰੱਖੀ ਗਈ। 22 ਵਾਰਾਂ ਤਾਂ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ, ਜਿਹੜੀਆਂ ਕਿਸੇ ਨਾ ਕਿਸੇ ਰੂਪ ਵਿੱਚ ਇਤਿਹਾਸਿਕ ਤੌਰ ਤੇ ਵੀ ਸੰਬੰਧ ਉਹਦੇ ਨਾਇਕ ਰਹੇ ਨੇ, ਤੇ ਉਹਨਾਂ ਨਾਲ ਵੀ ਉਹਨਾਂ ਦੇ ਧੁਨੀਆਂ ਦੇ ਉੱਤੇ ਵਾਰਾਂ ਰਚੀਆਂ ਗਈਆਂ ਨੇ। ਤੇ ਜਿੱਥੇ ਆ ਕੇ ਵੀਰ ਰਸ ਦੀ ਅਸੀਂ ਗੱਲ ਕਰਦੇ ਹੈਗੇ ਆ ਗੁਰੂ ਸਾਹਿਬ ਜੀ ਦੀ ਰਚਨਾ ਦੀ, ਤਾਂ ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀ ਸਮਾਜ ਵਿੱਚ ਪ੍ਰਚਾਰੀ ਤੇ ਪ੍ਰਸਾਰੀ ਜਾ ਰਹੀ ਹੈ ਉਹ ਚੰਡੀ ਦੀ ਵਾਰ ਹੈਗੀ ਆ। ਚੰਡੀ ਦੀ ਵਾਰ ਵੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਇੱਕ ਲੜਾਈ ਦਾ ਇਤਿਹਾਸਿਕ ਤੌਰ ਤੇ ਮਾਰਕੰਡੇ ਪ੍ਰਾਣ ਦੇ ਗਾਥਾ ਹੈਗੀ ਆ, ਤੇ ਉਹ ਗਾਥਾ ਦਾ ਹੈਗਾ ਆ ਵਰਣਨ ਦਿੱਤਾ ਜਾਂਦਾ ਆ। ਤੇ ਉਹਦੇ ਵਿੱਚ ਜਿਹੜੇ ਬਰਤਾਂਤ ਸਿਰਜੇ ਆ ਪੰਜਾਬੀ ਦੇ ਵਿੱਚ, ਮੈਂ ਕਹਾਂਗਾ ਪੰਜਾਬੀ ਦੇ ਵਿੱਚ ਜਿਹੜੀ ਉਹ ਠੇਠ ਪੰਜਾਬੀ ਦੇ ਵਿੱਚ ਲਿਖੀ ਗਈ ਹੈ, ਉਹਦੇ ਅਲੰਕਾਰ, ਉਹਦੀ ਸਾਹਿਤਕ ਜਿਹੜੀ ਹੈਗੀ ਹੈ ਮਹੱਤਤਾ ਬਹੁਤ ਵਿਲੱਖਣ ਜਿਹੜੀ ਹੈਗੀ ਆ ਉਹਦੇ ਵਿੱਚ। ਤੇ ਇਸ ਤੋਂ ਇਲਾਵਾ ਵੀ ਸਿੱਖ ਦੇ ਵਿੱਚ, ਜੋ ਮੈਂ ਪਹਿਲਾਂ ਕਿਹਾ ਪਿਛੋਕੜ 'ਚ ਪਿਆ ਆ, ਜਿਹੜੀਆਂ ਵੱਡੀਆਂ ਜੰਗਾਂ ਆ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਲੜੀਆਂ ਨੇ, ਸਿੱਖਾਂ ਦੀ ਇੱਕ ਲੋਕ ਧਾਰਾ ਵਿੱਚੋਂ ਵੀ ਚੱਲੀਆਂ ਆ ਰਹੀਆਂ ਹੈਗੀਆਂ ਨੇ। ਉਹ ਗੁਰੂ ਸਾਹਿਬ ਜੀ ਨੇ ਤਾਂ ਢਾਡੀ ਪਰੰਪਰਾ ਦਾ ਆਰੰਭ ਕੀਤਾ ਅਕਾਲ ਤਖਤ ਤੇ ਡੱਠੇ ਬਦੁੱਲੇ ਦੇ ਰਾਹੀਂ, ਤੇ ਉਦੋਂ ਸਾਡੇ ਵਿੱਚ ਜਿਹੜੀ ਇਹ ਪਰੰਪਰਾ ਦਾ ਆਗਾਜ਼ ਪ੍ਰੈਕਟੀਕਲੀ ਤਾਂ ਸ਼ੁਰੂ ਹੋ ਹੀ ਗਿਆ ਸੀਗਾ। ਤੇ ਉਹ 4 ਜੰਗਾਂ ਤਾਂ ਗੁਰੂ ਸਾਹਿਬ ਜੀ ਦੀਆਂ ਨੇ, ਇਹ ਗੁਰੂ ਗੋਬਿੰਦ ਸਿੰਘ ਦੀਆਂ 22 ਜੰਗਾਂ ਨੇ, ਕੁਝ 22 ਜੰਗਾਂ ਖਾਲਸਾ ਪੰਥ ਦੀ ਸਿਰਜਣਾ ਤੋਂ ਪਹਿਲਾਂ ਦੀਆਂ ਵੀ ਹੈਗੀਆਂ ਨੇ। ਤੋ ਉਹ ਜੰਗਾਂ ਵੀ ਸਾਰੀਆਂ ਜਿਹੜੀਆਂ ਨੇ, ਵੀਰ ਪਰੰਪਰਾ ਜਿਹੜੀ ਆ ਉਹ ਇਤਿਹਾਸ ਵਿੱਚੋਂ ਵੀ ਆਈ ਹੈ, ਸਾਡੇ ਇੱਥੋਂ ਦੇ ਖਿੱਤੇ ਵਿੱਚੋਂ ਆਈ ਹੈ, ਲੋਕ ਧਾਰਾਵਾਂ ਵਿੱਚੋਂ ਆਈ ਹੈ, ਤੇ ਜਿਹੜਾ ਹਿੰਦੂ ਮੈਥੋਲੋਜੀਕਲ ਗ੍ਰੰਥ ਨੇ
ਉਹਦੇ ਸਿੰਬੋਲਿਕ ਤੌਰ ਤੇ ਉੱਥੋਂ ਵੀ ਜਿਹੜੀ ਹੈ ਅਨਮੋਲ ਕੀਤੀ ਹੈ ਬੰਦਾ, ਜਿਹੜਾ ਸਮਾਜ ਦੇ ਪਿਛੋਕੜ ਤੋਂ ਲੈ ਕੇ ਆਉਂਦਾ ਬਹੁਤ ਕਾ। ਤੇ ਗੁਰੂ ਸਾਹਿਬ ਜੀ ਦੇ ਉਹਦੇ ਵਿੱਚੋਂ ਜਿਹੜੀ ਆ ਗੁਰੂ ਸਾਹਿਬ ਜੀ ਦੀ ਜਿਹੜੀ ਆ 52 ਕਵੀਆਂ ਦੀ ਅਸੀਂ ਗੱਲ ਕਰਦੇ ਆ, ਜਿਹੜਾ ਵੀ ਲਿਟਰੇਚਰ ਉਹਨਾਂ ਦਾ ਅਵੇਲੇਬਲ ਹੋਇਆ, ਉਹਨਾਂ ਦੇ ਕਵੀਆਂ ਨੇ ਲਿਖਿਆ ਜਾਂ ਟਰਾਂਸਲੇਟ ਕੀਤਾ, ਤਾਂ ਗੁਰੂ ਸਾਹਿਬ ਜੀ ਦੀ ਮੈਂ ਸੋਚਦਾ ਕਿ ਉਹਨਾਂ ਦੀ ਜਿਹੜੀ ਹੈ ਪ੍ਰਵਾਨਗੀ ਨਾਲ ਹੀ ਜਿਹੜੇ ਸਾਰੇ ਉਹ ਜਿਹੜੇ ਆ ਗ੍ਰੰਥਾਂ ਦੇ ਟਰਾਂਸਲੇਸ਼ਨ ਹੋਈ ਹੋਏਗੀ। ਤਾਂ ਉਹਦੇ ਵਿੱਚ ਮੇਜਰ ਜਿਹੜਾ ਹਿੱਸਾ ਹੈਗਾ ਆ, ਉਹਦੇ ਵਿੱਚੋਂ ਜਿਹੜੇ ਉਹ ਵੀਰ ਪਰੰਪਰਾ ਹੈਗੀ ਆ, ਗੁਰੂਆਂ ਦੀ ਸਾਖੀਆਂ ਦੀ ਪਰੰਪਰਾ, ਇਹ ਇਕੱਲੀ ਉਹਨਾਂ ਦੀ ਅਸੀਂ ਕੁਝ ਰਚਨਾਵਾਂ ਤੱਕ ਸੀਮਤ ਨਹੀਂ ਕਰ ਸਕਦੇ। ਉਹਨਾਂ ਦੀਆਂ ਜਿਹੜੀਆਂ ਸਾਡੀ ਮੌਖਿਕ ਇਤਿਹਾਸ ਹੈਗਾ ਆ, ਜਿਹੜਾ ਜ਼ਬਾਨੀ ਇਤਿਹਾਸ ਹੈ, ਕਥਾਵਾਂ ਰਾਹੀਂ ਆਉਂਦਾ ਹੈ, ਦੰਦ ਕਥਾਵਾਂ ਰਾਹੀਂ ਆਉਂਦਾ ਆ, ਉਹ ਵੀ ਸਾਰਾ ਜਿਹੜਾ ਆ ਉਹ ਜਿਹੜੀਆਂ ਸਾਖੀਆਂ ਵੱਖ-ਵੱਖ ਰੂਪਾਂ 'ਚ ਮਿਲਦੀਆਂ ਹੈਗੀਆਂ, ਉਹਨਾਂ ਦੇ ਰਾਹੀਂ ਵੀ ਬਹੁਤ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਹੋਏ ਆ, ਉਹਨਾਂ ਦੇ ਰਾਹੀਂ ਵੀ ਜਿਹੜੇ ਬਹੁਤ ਕੁਝ ਸਾਡੇ ਸਾਹਮਣੇ ਜਿਹੜਾ ਆ ਇਹ ਆਉਂਦਾ ਹੈ, ਸਰੋਤ ਮਿਲਦੇ ਆ। ਤੇ ਇਹ ਵੀਰ ਪਰੰਪਰਾ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਗੁਰੂ ਸਾਹਿਬ ਜੀ ਦਾ ਜਿਹੜਾ ਆਪਣਾ ਇਤਿਹਾਸ ਹੈ, ਸਾਡੇ ਇਤਿਹਾਸਕ ਹੋਰ ਸਰੋਤ ਗ੍ਰੰਥ ਨੇ, ਜੇ ਸੂਰਜ ਪ੍ਰਕਾਸ਼ ਗ੍ਰੰਥ ਹੈਗਾ ਆ, ਤੇ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਆ, ਇਹ ਸਾਰੇ ਜਿਹੜੇ ਗ੍ਰੰਥ ਨੇ ਇਹ ਸਿੱਧ ਕਰਦੇ ਆ ਕਿ ਗੁਰੂ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ, ਉਹਦੀ ਜਿਹੜੀ ਹੈ ਵੀਰ ਪਰੰਪਰਾ ਨੂੰ, ਪੰਜਾਬ ਦੀ ਵੀਰ ਪਰੰਪਰਾ ਜਿਹੜੀ, ਉਹਦੇ ਵਿੱਚ ਬਹੁਤ ਵੱਡੀ ਦੇਣ ਹੈ। ਜੀ ਆਪਾਂ ਸਾਹਿਤ ਦੀ ਗੱਲ ਕਰ ਰਹੇ ਹਾਂ। ਸਾਹਿਤ ਦੇ ਵਿੱਚ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ, ਜਿਹੜੇ 52 ਕਵੀ ਆ ਉਹ ਅਹਿਮ ਭੂਮਿਕਾ ਨਿਭਾਉਂਦੇ ਨੇ ਸਾਹਿਤ ਸਿਰਜਣਾ ਦੇ ਵਿੱਚ। ਜਿਹੜਾ ਭਾਈ ਨੰਦ ਲਾਲ ਜੀ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਖਾਲਸਾ ਪੰਥ ਸਿੱਖ ਰਹਿਤ ਮਰਿਆਦਾ ਵਿੱਚ, ਕਿਉਂਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੋਣ ਜਾਂ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਕਥਾ ਵਿਚਾਰਾਂ ਦੇ ਵਿੱਚ ਤੁਸੀਂ ਸੁਣਾ ਸਕਦੇ ਹੋ ਸੰਗਤਾਂ ਨੂੰ, ਕਿਉਂਕਿ ਭਾਈ ਨੰਦ ਲਾਲ ਜੀ ਸਮਝਿਆ ਜਾਂਦਾ ਕਿ ਗੁਰੂ ਮਹਾਰਾਜ ਦੇ ਬਹੁਤ ਕਰੀਬ ਸਨ, ਕਿਉਂਕਿ ਉਹਨਾਂ ਦੀ ਜਿਹੜੀਆਂ ਰਚਨਾਵਾਂ ਉਹਦੇ ਵਿੱਚ ਗੁਰੂ ਮਹਾਰਾਜ ਦਾ ਜਿਹੜਾ ਅਕਸ ਹੈ ਜਾਂ ਗੁਰੂ ਮਹਾਰਾਜ ਦੀ ਜਿਹੜੀ ਪ੍ਰਤਿਭਾ ਹੈ, ਗੁਰੂ ਮਹਾਰਾਜ ਦਾ ਜੋ ਰੂਪ ਹੈ, ਉਹਨੂੰ ਭਾਈ ਨੰਦ ਲਾਲ ਜੀ ਨੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਿਰਜਣਾ ਕੀਤੀ ਹੈ। ਜਿਵੇਂ ਉਹ ਕਹਿ ਰਹੇ ਨੇ, ਕਾਦਰ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾਹ ਯਾਰ ਗੁਰੂ ਗੋਬਿੰਦ ਸਿੰਘ। ਗੁਰੂ ਮਹਾਰਾਜ ਦੇ ਨਿਰਵੈਰਤਾ ਹੋਵੇ, ਗੁਰੂ ਮਹਾਰਾਜ ਦਾ ਜਿਹੜਾ ਦਿਲ ਆ ਉਹ ਕਿੰਨਾ ਕੋਮਲ ਸਾਫ਼ ਹੈਗਾ, ਗੁਰੂ ਮਹਾਰਾਜ ਦੀ ਚਾਹੇ ਨਿਡਰਤਾ ਦੀ ਗੱਲ ਹੋਵੇ, ਗੁਰੂ ਮਹਾਰਾਜ ਗਰੀਬ ਨਵਾਜ, ਵੱਖ-ਵੱਖ ਵਿਸ਼ਿਆਂ ਤੋਂ ਭਾਈ ਨੰਦ ਲਾਲ ਜੀ ਨੇ ਗੁਰੂ ਮਹਾਰਾਜ ਨੂੰ ਲਿਖਤੀ ਰੂਪ ਦੇ ਵਿੱਚ ਬਿਆਨ ਕੀਤਾ ਹੈ। ਡਾਕਟਰ ਸਾਹਿਬ, ਭਾਈ ਨੰਦ ਲਾਲ ਜੀ ਦੇ ਦ੍ਰਿਸ਼ਟੀਕੋਣ ਤੋਂ ਤੁਸੀਂ ਕਿਵੇਂ ਵੇਖਦੇ ਹੋ ਗੁਰੂ ਮਹਾਰਾਜ ਨੂੰ? ਵੇਖੋ ਜੀ, ਇਹ ਭਾਈ ਨੰਦ ਲਾਲ ਜੀ ਦੀ ਪੂਰੀ ਜਿਹੜੀ ਗਿਆ ਸਾਨੂੰ ਪਿਛੋਕੜ ਜਾਣਦੇ ਆ, ਜਦੋਂ ਅਸੀਂ ਉਹਨਾਂ ਦੇ, ਤਾਂ ਜਦੋਂ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆਉਂਦੇ ਹੈ, ਗੁਰੂ ਸਾਹਿਬ ਜੀ ਕਈ ਵਾਰੀ ਜਿਹੜੀ ਹੈ ਮਨੁੱਖ ਦੇ ਉੱਤੇ ਨਾ ਕਈ ਜਿਹੜੀਆਂ ਬਿਰਤੀਆਂ ਨੇ ਉਹ ਹਾਵੀ ਹੁੰਦੀਆਂ ਨੇ। ਗੁਰੂ ਸਾਹਿਬ ਜੀ ਨੇ ਦਾ ਜਿਹੜਾ ਆ ਮੁੱਖ ਮੰਤਵ ਮਨੁੱਖਤਾ ਦਾ ਕਲਿਆਣ ਕਰਨਾ, ਹਰ ਇੱਕ ਬੰਦੇ ਦੇ ਉੱਤੇ ਤਰਸ ਵੀ ਕਰਦੇ ਆ, ਕਿਰਪਾ ਵੀ ਕਰਦੇ ਆ, ਬਖਸ਼ਿਸ਼ਾਂ ਵੀ ਕਰਦੇ ਆ। ਤੇ ਜਦੋਂ ਭਾਈ ਨੰਦ ਲਾਲ ਜੀ ਆਉਂਦੇ ਆ ਗੁਰੂ ਦਰਬਾਰ ਦੇ ਵਿੱਚ, ਉਸ ਤੋਂ ਪਹਿਲਾਂ ਉਹ ਇੱਕ ਵੱਡੇ ਮੁਗਲ ਦਰਬਾਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੁਤਬਾ ਸੀਗਾ, ਔਰੰਗਜ਼ੇਬ ਦੇ ਦਰਬਾਰ ਦੇ ਵਿੱਚ, ਦਿੱਲੀ ਦਰਬਾਰ 'ਚੋਂ ਗੁਰੂ ਸਾਹਿਬ ਦੇ ਦਰਬਾਰ 'ਚ ਆਉਂਦੇ ਹੈ। ਤੇ ਉਹਨਾਂ ਦੇ ਪਿਛੋਕੜ ਵਿੱਚ ਸੀ, ਕਿਉਂਕਿ ਜਿਸ ਤਰ੍ਹਾਂ ਸਾਡੇ ਵਿੱਚ ਹੁੰਦਾ, ਅਸੀਂ ਕਿਸੇ ਯੂਨੀਵਰਸਿਟੀ 'ਚੋਂ ਵੱਡੇ ਅਦਾਰੇ 'ਚੋਂ ਜਾਂਦੇ ਹਾਂ, ਅਤੇ ਸਾਡੇ ਹੁੰਦਾ ਕਿ ਮੈਂ ਬਹੁਤ ਵੱਡਾ ਸੀਨੀਅਰ ਹਾਂ, ਮੇਰੇ ਪਿੱਛੇ ਬਹੁਤ ਕੁਝ ਨਾਲ ਜੁੜਿਆ ਹੁੰਦਾ ਹੈ, ਮੇਰੇ 'ਤੇ ਉਸ ਚੀਜ਼ਾਂ ਦਾ ਪ੍ਰਭਾਵ ਹੁੰਦਾ ਆ। ਤਾਂ ਗੁਰੂ ਸਾਹਿਬ ਜੀ ਨੇ ਬਹੁਤ ਚਿਰ ਜਿਹੜਾ ਆ ਉਹਨਾਂ ਨੂੰ ਭਾਂਡੇ ਮਾਂਜਣ ਦੀ ਸੇਵਾ ਤੇ ਇਤਿਹਾਸ 'ਚ ਸਾਨੂੰ ਇਹਦੀਆਂ ਸਾਖੀਆਂ ਮਿਲਦੀਆਂ ਨੇ। ਤਾਂ ਉਹਦਾ ਮਤਲਬ ਸੀ ਕਿ ਭਾਂਡੇ ਮਾਂਜਣ ਇੱਕ ਸਿੰਬੋਲਿਕ ਸੰਕੇਤ ਮਿਲਦੇ ਹੈ ਕਿ ਆਪਣੇ ਮਨ ਦੇ ਉੱਤੇ ਹਰ ਤਰ੍ਹਾਂ ਦੇ ਜਿਹੜੇ ਪ੍ਰਭਾਵਾਂ ਦੀ ਮੈਲ ਚੜੀ ਹੁੰਦੀ ਆ ਮਨੁੱਖਤਾ ਦੇ, ਉਹਨੂੰ ਜਿਹੜਾ ਤੁਸੀਂ ਸਾਫ਼ ਕਰਨਾ ਹੈ। ਜਦੋਂ ਧੁੱਤ ਸ਼ੁੱਧ ਹੋ ਜਾਂਦੇ ਆ ਤਾਂ ਫਿਰ ਉਹਦੇ ਕੋਲ ਸਮਰੱਥਾ, ਕਵੀ ਕੋਲ ਬਹੁਤ ਵੱਡੀ ਸਮਰੱਥਾ ਹੁੰਦੀ ਹੈ। ਜੇ ਉਹਨੂੰ ਪੋਜ਼ਿਟਿਵ ਡਾਇਰੈਕਸ਼ਨ ਮਿਲ ਜਾਵੇ ਤਾਂ ਉਹ ਬਹੁਤ ਕੁਝ ਕਰਨ ਦੇ ਸਮਰੱਥ ਹੁੰਦਾ ਆ। ਤੇ ਭਾਈ ਨੰਦ ਲਾਲ ਜੀ ਨੂੰ ਉਹ ਸਥਾਨ ਹਾਸਲ ਹੈ, ਜਿੰਨੀਆਂ ਰਚਨਾਵਾਂ ਦੀ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ, ਭਾਈ ਗੁਰਦਾਸ ਦੀਆਂ ਰਚਨਾਵਾਂ ਜਾਂ ਭਾਈ ਨੰਦ ਲਾਲ ਦੀਆਂ ਰਚਨਾਵਾਂ ਨੂੰ ਮਾਣ ਹਾਸਲ ਹੈ ਕਿ ਉਹ ਗੁਰਬਾਣੀ ਦੇ ਕੀਰਤਨ ਦੇ ਬਰਾਬਰ ਤੇ ਅਸੀਂ ਉਹਨਾਂ ਦਾ ਕੀਰਤਨ ਸੁਣ ਸਕਦੇ ਹਾਂ ਤੇ ਕਰ ਸਕਦੇ ਹਾਂ, ਜਿਨ੍ਹਾਂ ਨੂੰ ਕੋਈ ਬਹੁਤ ਵੱਡੀ ਜਿਹੜੀ ਗੁਰਬਾਣੀ ਦੀ ਕੁੰਜੀ ਦੇ ਤੌਰ ਤੇ ਵੀ ਕਿਹਾ ਜਾਂਦਾ ਆ। ਪਰ ਜਿਹੜਾ ਭਾਈ ਨੰਦ ਲਾਲ ਜੀ ਦੀਆਂ ਵਾਰਾਂ ਨੇ, ਉਹ ਭਾਈ ਨੰਦ ਲਾਲ ਜੀ ਦੀਆਂ ਜਿਹੜੀਆਂ ਰਚਨਾਵਾਂ
ਨੇ ਉਹ ਜ਼ਿਆਦਾ ਕਰਕੇ ਫਾਰਸੀ ਭਾਸ਼ਾ 'ਚ ਨੇ, ਕਿਉਂਕਿ ਉਹ ਜਿਹੜੀ ਉਸ ਸਮੇਂ ਦੀ ਸਰਕਾਰੀ ਭਾਸ਼ਾ ਸੀ ਉਹ ਫਾਰਸੀ ਭਾਸ਼ਾ ਸੀਗੇ, ਤੇ ਉਹ ਉਸ ਟਾਈਮ ਕਵੀਆਂ ਦੇ ਰੂਪ ਵਿੱਚ ਹੀ ਵਧੇਰੇ ਵਰਤੀ ਜਾਂਦੀ ਸੀਗੀ। ਤੇ ਜਿਹੜੇ ਉਹ ਸਾਡੇ ਪੰਜਾਬੀ ਦੇ ਲੋਕਾਂ ਨੂੰ, ਪੰਜਾਬੀ ਸਮਾਜ ਨੂੰ ਉਸ ਤਰ੍ਹਾਂ ਜਿਹੜੀਆਂ ਨੇ ਉਹ ਉਸ ਤਰ੍ਹਾਂ ਨਹੀਂ ਪ੍ਰਚਾਰੀਆਂ ਤੇ ਪ੍ਰਸਾਰੀਆਂ ਦੇ ਵਿੱਚ ਉਹਨਾਂ ਦਾ ਉਹ ਹਿੱਸਾ ਨਹੀਂ ਬਣ ਸਕੀਆਂ, ਲੇਕਿਨ ਉਹਨਾਂ ਦੀ ਜਿਹੜੀ ਸਾਹਿਤਿਕ ਬਹੁਤ ਜਿਹੜੀ ਵੈਲਿਊ ਹੈਗੀ ਆ ਉਹ ਜਿਹੜੀ ਅਸੀਂ ਕਹੀਏ ਬੁੱਧੀਜੀਵੀ ਵਰਗ ਦੇ ਵਿੱਚ ਜਾਂ ਸਾਹਿਤਕ ਵਰਗ ਦੇ ਵਿੱਚ ਬਹੁਤ ਵਧੇਰੇ ਹੈ। ਤੇ ਉਹਨਾਂ ਨੇ ਆਪਣੇ ਜਿਹੜੇ ਬਿੰਬ ਵਰਤੇ ਹੈ, ਜਿਹੜੇ ਉਸ ਪ੍ਰਤੀ ਉਹਨਾਂ ਦੀ ਸ਼ਬਦਾਵਲੀ ਹੈ ਉਹ ਕਮਾਲ ਦੀ ਹੈ। ਉਹਨਾਂ ਨੇ ਇੱਕ ਛੋਟੇ ਜਿਹੇ ਬਿੰਬ ਰਾਹੀਂ ਇੱਕ ਬਹੁਤ ਵੱਡਾ ਉਹਦਾ ਪਿੱਛੇ ਜਿਹੜਾ ਇਤਿਹਾਸ ਸਿਰਜਣ ਗੱਲਾਂ ਕਹਿਣ ਦੀ ਕੋਸ਼ਿਸ਼ ਕੀਤੀ ਹੈ ਤੇ ਕਾਮਯਾਬ ਵੀ ਹੋਈ ਹੈ। ਜਿਸ ਤਰ੍ਹਾਂ ਤੁਸੀਂ ਬੇਕਸਰਾਂ ਦੇ ਯਾਰ ਦੀ ਗੱਲ ਕੀਤੀ ਹੈ, ਇਹ ਗੁਰੂ ਸਾਹਿਬ ਜੀ ਦੀ ਜਿਹੜੀ ਜੀਵਨ ਹੈ ਜਾਂਚ ਹੈਗੀ, ਜਿਹੜਾ ਉਹ ਜੀਵਨ ਹੈਗਾ ਆ, ਜਿਹੜੀ ਉਹਦੀ ਮਾਨਵਤਾ ਪ੍ਰਤੀ ਦ੍ਰਿਸ਼ਟੀ ਹੈਗੀ ਆ, ਜਿਹੜਾ ਦ੍ਰਿਸ਼ਟੀਕੋਣ ਹੈਗਾ, ਉਹ ਸਾਰੇ ਨੂੰ ਦੋ ਲੈਣਾਂ ਦੇ ਵਿੱਚ ਸਮੋ ਦੇਣਾ, ਜਿਹੜੇ ਅਸੀਂ ਵੱਡੇ ਵੱਡੇ ਲੇਖਾਂ ਦੇ ਵਿੱਚ ਗੱਲ ਨਹੀਂ ਕਰ ਸਕਦੇ, ਉਹਨਾਂ ਨੂੰ ਉਹਦੀ ਸਮਰੱਥਾ ਜਿਹੜੀ ਹੈ ਭਾਈ ਨੰਦ ਲਾਲ ਦੇ ਵਿੱਚ ਹੈਗੀ ਆ। ਭਾਈ ਨੰਦ ਲਾਲ ਜੀ ਬਹੁਤ ਉਹਨਾਂ ਦੇ ਜਿਹੜੇ ਨੇੜਲੇ ਬੰਦੇ ਸੀਗੇ, ਜਿਨ੍ਹਾਂ ਨੂੰ ਬੜਾ ਮਾਣ ਹਾਸਲ ਸੀਗਾ ਗੁਰੂ ਸਾਹਿਬ ਜੀ ਦੇ ਨਾਲ, ਮਾਤਾ ਜੀ ਦੇ ਨਾਲ ਤੱਕ ਉਹ ਰਹੇ ਹੈ, ਤੇ ਗੁਰੂ ਪਰਿਵਾਰ ਦੇ ਵਿੱਚ ਵੀ ਜਿਹੜਾ ਉਹਨਾਂ ਦੀ ਬਹੁਤ ਵੱਡੀ ਭਰੋਸੇਯੋਗਤਾ ਸੀਗੀ, ਉਹਨਾਂ ਤੇ ਮਤਲਬ ਭਰੋਸਾ ਕੀਤਾ ਜਾਂਦਾ ਸੀਗਾ। ਸੋ ਉਹਨਾਂ ਪਰਿਵਾਰਕ ਵਿਅਕਤੀਆਂ ਦੇ ਵਿੱਚੋਂ ਗੁਰੂ ਜਿਹੜੇ ਭਾਈ ਨੰਦ ਲਾਲ ਜੀ ਸ਼ਾਮਲ ਸੀਗੇ। ਸੋ ਉਹਨਾਂ ਦੇ ਗੁਰੂ ਸਾਹਿਬ ਬਾਰੇ ਜੋ ਜਿਹੜਾ ਵੀ ਐਵੀਡੈਂਸ ਭਾਈ ਨੰਦ ਲਾਲ ਜੀ ਦਾ ਹੈ ਉਹ ਸਾਡਾ ਸਭ ਤੋਂ ਨੇੜਲਾ ਐਵੀਡੈਂਸ ਹੈ, ਔਰ ਗੁਰੂ ਉਪਮਾ ਦੇ ਨਾਲ ਭਰਪੂਰ ਹੈ ਸਾਰਾ। ਇਹਦੇ ਵਿੱਚ ਟੌਪਿਕ ਵਧੇਰੇ ਕਰਕੇ ਜਿਹੜਾ ਵਿਸ਼ਾ ਆ ਇਹਨਾਂ ਰਚਨਾਵਾਂ ਦਾ ਉਹ ਗੁਰੂ ਪ੍ਰਸੰਨਤਾ, ਗੁਰੂ ਦੀ ਉਪਮਾ ਆ, ਉਹ ਵਧੇਰੇ ਅੰਸ਼ ਵਧੇਰੇ ਆ। ਇਹਦੇ ਵਿੱਚ ਵੱਖ-ਵੱਖ ਪ੍ਰਤੀਕ ਵਰਤੇ ਗਏ ਆ, ਪਰ ਮੈਂ ਕਹਿਣਾ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣਾ ਆ ਤੇ ਭਾਈ ਨੰਦ ਲਾਲ ਜੀ ਇੱਕ ਬਹੁਤ ਮੁੱਢਲਾ ਸਰੋਤ ਹੈ ਜਿਹਦੇ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣ ਦਾ ਯਤਨ ਕਰ ਸਕਦੇ। ਜੀ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਤੀ ਜਿਹੜਾ ਪਿਆਰ ਆ ਉਹਦੀਆਂ ਝਲਕਾਂ ਅਸੀਂ ਸਾਫ਼ ਤੌਰ ਤੇ ਵੇਖ ਸਕਦੇ ਹਾਂ। ਡਾਕਟਰ ਖੁਸ਼ਹਾਲ ਸਿੰਘ ਜੀ, ਅਸੀਂ ਜਾਂਦੇ ਜਾਂਦੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਿੱਖ ਸੰਗਤਾਂ ਨੂੰ ਜਾਂ ਸਮੁੱਚੇ ਸੰਸਾਰ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਸਮੁੱਚੇ ਸੰਸਾਰ ਨੂੰ ਉਹਦੇ ਵਾਸਤੇ ਜਿਹੜੇ ਸਾਰੇ ਲੋਕ ਨੇ ਉਹਨਾਂ ਨੂੰ ਸੰਦੇਸ਼ ਤਾਂ ਇਹੀ ਹੈ ਕਿ ਸਭ ਤੋਂ ਵੱਡਾ ਸੰਦੇਸ਼ ਤਾਂ ਹੁਣ ਅੱਜ ਦੇ ਦੌਰ ਦੇ ਵਿੱਚ ਜਦੋਂ ਕਿਸਾਨ ਦਿੱਲੀ 'ਤੇ ਬੈਠੇ ਹੋਏ ਆ, ਵੱਡੀ ਗਿਣਤੀ 'ਚ ਬੈਠੇ ਆ, ਲੱਖਾਂ ਦੀ ਗਿਣਤੀ 'ਚ ਬੈਠੇ ਆ, ਅਤੇ ਉਹ ਗੁਰੂ ਸਾਹਿਬ ਜੀ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਪ੍ਰੈਕਟੀਕਲ ਜੀ ਕੇ ਜਿਹੜੇ ਆ ਉਹ ਦਰਸਾ ਰਿਹਾ ਸਭ ਤੋਂ, ਅਤੇ ਉੱਥੇ ਜਿਹੜਾ ਉਹਦਾ ਜਿਹੜਾ ਪ੍ਰਦਰਸ਼ਨ ਹੋ ਰਿਹਾ ਆ। ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ, ਮੈਂ ਆਪ ਵੀ ਉਹਨਾਂ 'ਚ ਸ਼ਾਮਲ ਹਾਂ, ਕਿ ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਕੋਈ ਪ੍ਰੇਰਨਾ ਲੈ ਕੇ ਪ੍ਰੈਕਟੀਕਲੀ ਜਿਹੜਾ ਆ ਸਮਾਜ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਵਿਤਕਰੇਬਾਜ਼ੀ ਹੈ, ਜਿਹੜੇ ਹਰ ਜਿਹੜੀਆਂ ਮਨੁੱਖੀ ਕ੍ਰਿਤੀਆਂ ਹੈਗੀਆਂ ਨੇ, ਸਮਾਜਿਕ ਕ੍ਰਿਤੀਆਂ ਨੇ, ਉਹਨਾਂ ਤੋਂ ਮਤਲਬ ਉਹਨਾਂ ਤੋਂ ਪਾਰ ਜਾ ਕੇ ਉਹਨਾਂ 'ਤੇ ਜਿੱਤ ਪ੍ਰਾਪਤ ਕਰਨੀ ਹੈ। ਗੁਰੂ ਸਾਹਿਬ ਜੀ ਦਾ ਜਿਹੜਾ ਜੰਗ ਹੈ ਕਿਸੇ ਵਿਅਕਤੀ ਦੇ ਖਿਲਾਫ ਨਹੀਂ, ਖਾਲਸਾ ਜੋ ਕਰੇ ਨਿਤ ਜੰਗ, ਖਾਲਸਾ ਜੋ ਚੜ੍ਹੇ ਤੁਰੰਗ, ਉਹ ਖਾਲਸੇ ਨੇ ਹਰ ਟਾਈਮ ਜਿਹੜਾ ਆਪਣੀਆਂ ਬਿਰਤੀਆਂ ਨਾਲ, ਆਪਣੀਆਂ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਦੇ ਨਾਲ, ਆਪਣੀਆਂ ਕਮਜ਼ੋਰੀਆਂ ਦੇ ਨਾਲ ਜੰਗ ਲੜਨੀ ਹੈ। ਅਤੇ ਇਹ ਜੰਗ ਹੈ ਜਿਹੜਾ ਕਦੀ ਖਤਮ ਨਾ ਹੋਣ ਵਾਲੀ ਹੈ। ਜਦੋਂ ਤੱਕ ਦੁਨੀਆ ਰਹੇਗੀ ਜੰਗ ਉਦੋਂ ਤੱਕ ਜਾਰੀ ਰਹੇਗੀ। ਤੋ ਇਹਦੇ ਵਾਸਤੇ ਅਸੀਂ ਆਪਣੇ ਆਪ ਨੂੰ ਤਿਆਰ ਕਰਨਾ ਆ, ਔਰ ਹਮੇਸ਼ਾ ਇਨਸਾਫ ਦਾ, ਸੱਚ ਦਾ ਜਿਹੜਾ ਉਹ ਸਾਥ ਦੇਣਾ ਆ। ਇਹ ਸਾਡੀ ਟੱਕਰ ਜਿਹੜੀ ਆ ਕਿੱਡੀ ਵੱਡੀ ਹਕੂਮਤ ਨਾਲ ਹੈ, ਕਿੱਡੇ ਵੱਡੀ ਪਾਵਰ ਨਾਲ ਹੈ, ਇਸ ਚੀਜ਼ ਦੀ ਪਰਵਾਹ ਨਹੀਂ ਕਰਨੀ। ਗੁਰੂ 'ਤੇ ਭਰੋਸਾ ਰੱਖ ਕੇ ਅਸੀਂ ਜਿਹੜਾ ਆ ਉਹਦੇ ਨਾਲ ਜਿਹੜਾ ਆ ਉਹ ਗੁਰੂ 'ਤੇ ਭਰੋਸਾ ਰੱਖਣਾ ਹੈ, ਔਰ ਉਹਦੇ ਜਿਹੜੇ ਵਾਕ ਨੇ ਗੁਰੂ ਸਾਹਿਬ ਜੀ ਦੇ ਸਾਡੇ ਉੱਤੇ ਮਿਹਰ ਕਰਨ ਦੇ, ਬਖਸ਼ਿਸ਼ ਕਰਨ ਦੇ, ਉਹ ਸਾਡੇ ਨਾਲ ਸਦਾ ਹੀ ਰਹਿ ਸਕਦੇ ਜੀ। ਡਾਕਟਰ ਖੁਸ਼ਹਾਲ ਸਿੰਘ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਫਲਸਫਾ, ਸਿੱਖਿਆਵਾਂ ਦੇ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀ। ਡਾਕਟਰ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਜਾਣੂ ਕਰਵਾਇਆ। ਅਸੀਂ ਇਸ ਵੇਲੇ ਖਿਮਾ ਦੇ ਜਾਚਕ ਹਾਂ ਜੀ। ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।